ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਹਾਮੇ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ। ਏਤੇ ਔਗਨ ਮੋ ਤਨ ਮਾਹੀ। ਰਾਖ ਲੇਹੁ ਪ੍ਰਭ ਸਰਣ ਗਹੀ। ਅਨੇਕ ਜਨਮ ਕੇ ਬਿਛਰੇ ਮੇਲੋਹ। ਪਾਵਨ ਪਤਿਤ ਤਵੈ ਬਿਰਦ ਕਹੀ। ਉਤਪਤ ਪਰਲਿਆ ਚੋਜ ਸਭ ਤੁਮਰੇ। ਤੁਮ ਬਿਨ ਦੂਸਰ ਅਵਰ ਨਹੀਂ। ਮੋਹਿ ਅਨਾਥ ਕੇ ਦਾਤੇ ਸੁਆਮੀ। ਰਾਖ ਲੇਹੁ ਬਡ ਪੁੰਨ ਅਹੀ। ਗੁਰੂ ਬਚਨ ਪਾਲਿਓ ਨਹੀਂ। ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ। ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈ ਕਾਹੂ ਕੋ ਦੇਤ ਨਹਿ। ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ। ਗਿਆਨੀ ਤਾਹੇ ਬਖਾਨ। ਭੈ ਕਾਹੂ ਕੋ ਦੇਤ ਨਹਿ। ਨਹਿ ਭੈ ਮਾਨਤ ਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ। ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ। ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਨ੍ਹਾਂ ਬਾਬਤ ਭੱਟ ਸਾਹਿਬਾਨ ਫਰਮਾਉਂਦੇ ਹਨ। ਇੱਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ। ਭੱਟ ਕੀਰਤ ਜੀ ਫਰਮਾਉਂਦੇ ਹਨ ਮਹਾਰਾਜ ਇੱਕੋ ਹੀ ਅਰਦਾਸ ਹੈ। ਕਿਉਂਕਿ ਸਾਧ ਸੰਗਤ ਜੀ ਜੇ ਇੱਕ ਅਰਦਾਸ ਵਿੱਚ ਹੀ ਸਾਰਾ ਕੁਝ ਆ ਜਾਵੇ ਫਿਰ ਬਹੁਤੀਆਂ ਅਰਦਾਸਾਂ ਕਿਉਂ ਕਰਨੀਆਂ। ਕਹਿੰਦੇ ਹਨ ਮਹਾਰਾਜ ਜੀ ਗਰੀਬਾਂ ਦੀ ਇੱਕੋ ਹੀ ਅਰਦਾਸ ਜੇ। ਗੁਰ ਰਾਮਦਾਸ ਰਾਖੋ ਸਰਣਾਈ। ਮਹਾਰਾਜ ਜੀ ਸਦਾ ਆਪ ਜੀਆਂ ਦੀ ਸਤ ਸੰਗਤ ਵਿੱਚ ਸਾਨੂੰ ਰੱਖਿਆ ਜੇ। ਵੱਡੇ ਭਾਗਾਂ ਵਾਲੇ ਹੋ। ਸਤਿਗੁਰਾਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਬਖਸ਼ੀਆਂ ਹਨ। ਆਪ ਆਪਣੇ ਅਮੁੱਲਕ ਸਵਾਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ ਸਮਾਂ ਹੋਇਆ ਹੈ ਲੜੀਵਾਰ ਗੁਰਬਾਣੀ ਦੀ ਕਥਾ ਦਾ।
ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬੈਰਾਗ ਦੀ ਮੂਰਤ ਸਤਿਗੁਰਾਂ ਦੇ ਭੋਗ ਦੇ ਸ਼ਲੋਕ ਹਨ ਜੋ ਕਥਾ ਚੱਲ ਰਹੀ ਹੈ। ਆਓ ਸਾਧ ਸੰਗਤ ਜੀ, ਜਿਸ ਸਮੇਂ ਹਜੂਰ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਮਹਾਰਾਜ ਜੀਆਂ ਨੇ 26 ਸਾਲ ਤੇ ਕੁਝ ਮਹੀਨੇ ਸਤਿਗੁਰ ਜੀਆਂ ਨੇ ਨਿਜ ਸਰੂਪ ਵਿੱਚ ਸਮਾਧਾ ਲਾਇਆ ਹੈ, ਉਸ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਬਾਰੇ ਕਵੀ ਜਨ ਲਿਖਦੇ ਹਨ, ਅਮਰਾਵਤੀ ਨਿਰਖ ਜਾਂ ਲਾਜੈ। ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਇੰਨੀ ਪ੍ਰਸਿੱਧ ਤਾਂ ਹੈ ਕਿਉਂਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਪਏ ਹਨ। ਐਸਾ ਸੱਚਖੰਡ ਧਰਤੀ ਤੇ ਮਹਾਰਾਜ ਜੀਆਂ ਨੇ ਸਾਜ ਦਿੱਤਾ ਹੈ। ਅਮਰਾਵਤੀ ਸਵਰਗ ਵੀ ਜਿਹਨੂੰ ਦੇਖ ਕੇ ਲੱਜਾ ਤੇ ਸ਼ਰਮ ਦੇ ਸਮੈਤ ਹੋ ਜਾਂਦਾ ਹੈ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਸ ਸਮੇਂ ਸਾਧ ਸੰਗਤ ਜੀ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਕਾਰਾਗ੍ਰਹਿ ਵਿਖੇ ਉਸ ਨਰੰਗੇ ਦੀ ਕੈਦ ਵਿੱਚ ਸਤਿਗੁਰ ਜੀਆਂ ਨੇ ਇਹ ਭੋਗ ਦੇ ਸ਼ਲੋਕ ਉਚਾਰਨ ਕੀਤੇ ਹਨ। ਬਾਜਾਂ ਵਾਲੇ ਪਿਤਾ ਜੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿਖੇ ਬਚਿੱਤਰ ਨਾਟਕ ਦੀ ਅੰਮ੍ਰਿਤ ਬਾਣੀ ਵਿੱਚ ਫਰਮਾਉਂਦੇ ਹਨ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਤਿਲਕ ਤੇ ਜੰਝੂ ਦੀ ਖਾਤਰ, ਤਿਲਕ ਤੇ ਜੰਝੂ ਦੀ ਰੱਖਿਆ ਵਾਸਤੇ ਸਤਿਗੁਰ ਜੀਆਂ ਨੇ ਕਲਯੁਗ ਦੇ ਵਿੱਚ ਵੱਡਾ ਸਾਕਾ ਵਾਪਰਿਆ ਹੈ। ਸਾਧਨ ਹੇਤ ਇਤੀ ਜਿਨ ਕਰੀ, ਸਾਧੂ ਮਹਾਪੁਰਸ਼ਾਂ ਵਾਸਤੇ ਸ਼ਹਾਦਤ ਦੀ ਇਤੀ ਹੁੰਦਾ ਹੈ ਅੰਤ। ਮਹਾਰਾਜ ਜੀਆਂ ਨੇ ਹੱਦ ਕਰ ਦਿੱਤੀ ਹੈ, ਸੀਸ ਦਿਆ ਪਰ ਸੀ ਨਾ ਉਚਰੀ। ਮਹਾਰਾਜ ਜੀਆਂ ਨੇ ਸੀਸ ਤਾਂ ਦੇ ਦਿੱਤਾ ਪਰ ਮੁਖ ਤੋਂ ਸੀ ਨਾ ਸੀ ਉਚਾਰਨ ਕੀਤੀ। ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ। ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਆਓ ਸਾਧ ਸੰਗਤ ਜੀ ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਜਿਸ ਸਮੇਂ ਸਾਧ ਸੰਗਤ ਜੀ ਨਰੰਗੇ ਦੀ ਕੈਦ ਵਿੱਚ ਹਨ, ਸਤਿਗੁਰ ਜੀ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਨਰੰਗੇ ਨੇ 3 ਆਖੇ ਸੀ ਕਿ ਜਾਂ ਤਾਂ ਸਤਿਗੁਰ ਜੀਆਂ ਨੂੰ ਨਰੰਗਾ ਆਖਦਾ ਹੈ, ਕੋਈ ਕਰਾਮਾਤ ਦਿਖਾਓ। ਹਜੂਰ ਫਰਮਾਉਂਦੇ ਹਨ, ਨਾਟਕ ਚੇਟਕ ਕਰੈ ਕੁਕਾਜਾ, ਪ੍ਰਭ ਲੋਗਣ ਕਹਿ ਆਵਤ ਲਾਜਾ। ਨਰੰਗਿਆ ਪ੍ਰਭੂ ਦੇ ਪਿਆਰਿਆਂ ਨੂੰ ਕਰਾਮਾਤ ਦਿਖਾਉਣ ਵਿੱਚ ਸ਼ਰਮ ਲੱਜਾ ਆਉਂਦੀ ਹੈ, ਕਿਉਂਕਿ ਉਹ ਹਰੇਕ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦੇ ਹਨ। ਜੇ ਕਿਸੇ ਤੋਂ ਕੋਈ ਚੀਜ਼ ਲਈ ਹੋਵੇ ਉਹਨੂੰ ਦਿਖਾਈਏ, ਭਾਵ ਜੇ ਕਿਸੇ ਤੋਂ ਕੋਈ ਚੀਜ਼ ਲਈ ਉਹਨੂੰ ਦਿਖਾਈਏ ਆ ਕਿਸ ਤਰ੍ਹਾਂ ਦੀ ਹੈ। ਹਜੂਰ ਕਹਿੰਦੇ ਹਨ, ਪ੍ਰਭ ਲੋਗਣ ਕਹਿ ਆਵਤ ਲਾਜਾ। ਮਹਾਰਾਜ ਜੀਆਂ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ। ਫਿਰ ਨਰੰਗਾ ਕਹਿੰਦਾ ਸੀ, ਤੁਸੀਂ ਇਸਲਾਮ ਧਰਮ ਭਾਵ ਇਸਲਾਮ ਧਰਮ ਕਬੂਲ ਕਰ ਲਵੋ। ਹਜੂਰ ਨੇ ਆਖਿਆ ਸੀ, ਨਰੰਗਿਆ ਜੇ ਇਸਲਾਮ ਧਰਮ ਕਬੂਲ ਕਰ ਲੈਨੇ ਆ ਕਿ ਇਸ ਵਿੱਚ ਮੌਤ ਨਹੀਂ ਆਵੇਗੀ। ਉਸ ਸਮੇਂ ਨਰੰਗੇ ਕੋਲ ਜਵਾਬ ਨਹੀਂ ਸੀ। ਵੱਡੇ ਵੱਡੇ ਕਾਜੀ ਮੁਲਾਨੇ ਉਹ ਵੀ ਹਜੂਰ ਨੂੰ ਜਦੋਂ ਕਹਿੰਦੇ ਸਨ, ਮਹਾਰਾਜ ਜੀ ਤੁਸੀਂ ਹਿੰਦੂ ਧਰਮ ਨੂੰ ਫੋਲੋ ਨਹੀਂ ਕਰਦੇ, ਇਹਨਾਂ ਦੇ ਸਿਧਾਂਤਾਂ ਨੂੰ, ਫਿਰ ਇਹਨਾਂ ਦੀ ਕਿਉਂ ਰੱਖਿਆ ਕਰ ਰਹੇ ਹੋ। ਉਸ ਸਮੇਂ ਹਜੂਰ ਨੇ ਕਿਹਾ ਸੀ, ਨਰੰਗਿਆ ਜੇ ਇਹਨਾਂ ਦੀ ਜਗ੍ਹਾ ਅੱਜ ਮੁਸਲਮਾਨ ਵੀਰਾਂ ਤੇ ਭੀੜ ਪੈਂਦੀ, ਉਹ ਸਾਡੇ ਦਰਬਾਰ ਵਿੱਚ ਆਉਂਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ, ਅਸੀਂ ਉਹਨਾਂ ਵਾਸਤੇ ਵੀ ਖੜਨਾ ਸੀ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜਾ ਬਾਹੇ ਨਾ ਛੋੜੀਏ। ਜਿਨ੍ਹਾਂ ਦੀ ਅਸੀਂ ਬਾਂਹ ਪਕੜ ਲੈਨੇ ਆ, ਸੀਸ ਤਾਂ ਦੇ ਦਿੰਦੇ ਆ, ਬਾਂਹ ਨਹੀਂ ਛੱਡਦੇ। ਨਰੰਗੇ ਨੇ ਆਖਿਆ ਸੀ, ਫਿਰ ਆਪ ਜੀਆਂ ਨੂੰ ਮੌਤ ਸਵੀਕਾਰ ਕਰਨੀ ਪਵੇਗੀ। ਤਿੱਖੀ ਤੇਗ ਲੈ ਕੇ ਅੱਗੇ ਸਤਿਗੁਰਾਂ ਦੇ ਖੜਿਆ ਹੈ ਨਰੰਗਾ। ਮਹਾਰਾਜ ਜੀਆਂ ਨੇ ਕਿਹਾ ਹੈ, ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ।
ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਨੂੰ ਤੇਗ ਬਹਾਦਰੀ ਦਾ ਲਕਬ ਮਿਲਿਆ, ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾਂ। ਸਤਿਗੁਰ ਜੀ ਫਰਮਾਉਂਦੇ ਹਨ, ਮੈਂ ਤਾਂ ਜੰਮਦਿਆਂ ਹੀ ਤੇਗਾਂ ਦੀ ਛਾਂ ਮਾਣੀ। ਦੇਖ ਪਿਤਾ ਦੀਆਂ ਪੈਂਦੀਆਂ 2 ਤੇਗਾਂ। ਫਿਰ ਸਤਿਗੁਰਾਂ ਜੀਆਂ ਨੂੰ ਫਰਮਾਇਆ ਹੈ ਹਜੂਰ ਨੇ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਨਰੰਗਿਆ। ਤੇਰਾ ਪਿਓ ਤੇਗਾਂ ਆ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਐਸੀ ਤੇਗ ਨਿਕਲੂ, ਖੋ ਲਊਗੀ ਪਾਪੀਆਂ ਤੇਰੀ ਕਹੀ ਤੇਗਾਂ। ਐਸੇ ਸਤਿਗੁਰਾਂ ਨੇ ਬਚਨ ਉਸ ਸਮੇਂ ਕਹੇ ਹਨ। ਚੰਦੂ ਪਾਪੀ ਡਰਾਉਂਦਾ ਹੈ ਹਜੂਰ ਨੂੰ, ਉਸ ਸਮੇਂ ਹਜੂਰ ਉਚਾਰਨ ਕਰਦੇ ਹਨ, ਭੈ ਕਾਹੂ ਕੋ ਦੇਤ ਨਹਿ। ਮਹਾਰਾਜ ਜੀ ਗਿਆਨਵਾਨ ਪੁਰਸ਼ ਦੇ ਹੁਣ ਲੱਛਣ ਕਥਨ ਕਰਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਨਰੰਗਿਆ ਜੋ ਗਿਆਨਵਾਨ ਪੁਰਸ਼ ਹੁੰਦਾ ਹੈ ਉਹ ਕਦੇ ਵੀ ਕਿਸੇ ਨੂੰ ਭੈ ਨਹੀਂ ਦਿੰਦਾ। ਹਾਂਜੀ, ਨਹਿ ਭੈ ਮਾਨ ਧਿਆਨ। ਨਾ ਹੀ ਉਹ ਕਿਸੇ ਦਾ ਭੈ ਮੰਨਦਾ ਹੈ, ਕਿਉਂਕਿ ਉਹ ਜਾਣ ਲੈਂਦਾ ਹੈ ਕਿ ਸਰੀਰ ਨਾਸ਼ਵੰਤ ਹੈ, ਆਤਮਾ ਨੂੰ ਕੋਈ ਕੱਟ ਨਹੀਂ ਸਕਦਾ, ਵੱਢ ਨਹੀਂ ਸਕਦਾ। ਨਾ ਹੀ ਉਹ ਕਿਸੇ ਦਾ ਗਿਆਨਵਾਨ ਬੰਦਾ ਭੈ ਮੰਨਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਓ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਨਰੰਗੇ ਨੂੰ ਵੀ ਪ੍ਰੇਮ ਦੇ ਨਾਲ ਸਿੱਖਿਆ ਦਿੰਦੇ ਹਨ, ਹੇ ਨਰੰਗਿਆ ਸੁਨਾ ਕਰ। ਗਿਆਨੀ ਤਾਹੇ ਬਖਾਨ। ਪਸ਼ੂ ਹੁੰਦਾ ਹੈ ਜੋ ਕਿਸੇ ਨੂੰ ਡਰ ਦਿੰਦਾ ਹੈ ਜਾਂ ਕਿਸੇ ਤੋਂ ਡਰ ਜਾਂਦਾ ਹੈ। ਗਿਆਨਵਾਨ ਪੁਰਸ਼ ਦੇ ਇਹ ਲੱਛਣ ਨਹੀਂ ਹਨ, ਇਹ ਗਿਆਨੀ ਪੁਰਸ਼ ਦੇ ਹਜੂਰ ਨੇ ਲੱਛਣ ਦੱਸੇ ਹਨ। ਜਿਸ ਤਰ੍ਹਾਂ ਪਿੱਛੇ ਮਹਾਰਾਜ ਜੀਆਂ ਨੇ ਫਰਮਾਇਆ ਸੀ, ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਣ। ਹਜੂਰ ਨੇ ਮੁਕਤ ਪੁਰਸ਼ ਦੇ ਲੱਛਣ ਦੱਸੇ ਸੀ ਕਿ ਮੁਕਤ ਪੁਰਸ਼ ਕੌਣ ਹੁੰਦਾ ਹੈ, ਜਿਹਨੂੰ ਨਾ ਹੀ ਉਸਤਤ ਦਾ ਕੋਈ ਉਹਦੇ ਅੰਦਰ ਵਡਿਆਈ ਦੀ ਇੱਛਾ ਨਹੀਂ ਹੁੰਦੀ, ਕੋਈ ਨਿੰਦਿਆ ਕਰੀ ਜਾਵੇ ਉਹਨੂੰ ਦੁੱਖ ਨਹੀਂ ਹੁੰਦਾ। ਸੋਇਨਾ ਤੇ ਭਾਵ ਲੋਹਾ ਨੂੰ ਇੱਕ ਸਮਾਨ ਹੁੰਦਾ ਹੈ। ਇਹ ਮੁਕਤ ਪੁਰਸ਼ ਦੇ ਲੱਛਣ ਹਨ। ਫਿਰ ਹਜੂਰ ਨੇ ਫਰਮਾਇਆ ਹੈ, ਹਰਖ ਸੋਗ ਜਾ ਕੇ ਨਹੀਂ, ਗਮੀ ਦੇ ਵਿੱਚ ਉਸ ਨੂੰ ਗਮ ਨਹੀਂ ਪਾਉਂਦਾ। ਇੱਕ ਸਮਾਨ ਬਿਰਤੀ ਰਹਿੰਦੀ ਹੈ, ਸੋਗ ਦੇ ਵਿੱਚ ਉਸ ਨੂੰ ਸੋਗ ਨਹੀਂ ਰਹਿੰਦਾ। ਮਹਾਰਾਜ ਜੀ ਕਹਿੰਦੇ ਹਨ, ਬੈਰੀ ਮੀਤ ਸਮਾਨ, ਜਿਹਨੂੰ ਵੈਰੀ ਤੇ ਮਿੱਤਰ ਸਮਾਨ ਹਨ। ਇਹ ਮੁਕਤ ਪੁਰਸ਼ ਦੇ ਲੱਛਣ ਹਨ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਜੀਆਂ ਨੇ ਬਚਨ ਸ਼ਰਵਣ ਕੀਤੇ ਸੀ, ਅੱਖੀਂ ਬਾਝੋਂ ਦੇਖਣਾ ਵਿਣ ਕੰਨਾਂ ਸੁਣਨਾ। ਜਿਹੜੇ ਮੁਕਤ ਪੁਰਸ਼ ਹੁੰਦੇ ਹਨ, ਹਜੂਰ ਫਰਮਾਉਂਦੇ ਹਨ, ਉਹ ਨੇਤਰਾਂ ਤੋਂ ਬਿਨਾਂ ਹੋ ਜਾਂਦੇ ਹਨ ਜਦੋਂ ਕੋਈ ਪਰਾਇਆ ਰੂਪ ਦੇਖਣਾ ਹੋਵੇ। ਪਰ ਜਦੋਂ ਹਜੂਰ ਦੇ ਦਰਸ਼ਨ ਕਰਨੇ ਹੋਣ, ਘਰੇ ਬੈਠਿਆਂ ਹੀ ਨੇਤਰਾਂ ਤੋਂ ਬਿਨਾਂ ਸਤਿਗੁਰਾਂ ਦੇ ਦਰਸ਼ਨ ਕਰ ਲੈਂਦੇ ਹਨ। ਵਿਣ ਕੰਨਾਂ ਸੁਣਨਾ, ਜਦੋਂ ਕਿਸੇ ਦੀ ਨਿੰਦਿਆ ਸੁਣਨੀ ਹੁੰਦੀ ਹੈ, ਮੁਕਤ ਪੁਰਸ਼ ਹਜੂਰ ਕਹਿੰਦੇ ਹਨ ਕੰਨਾਂ ਤੋਂ ਬਿਨਾਂ ਹੀ ਹੋ ਜਾਂਦੇ ਹਨ, ਮਾਨੋ ਕਿ ਬੋਲੇ ਹੀ ਹੋ ਜਾਂਦੇ ਹਨ। ਪਰ ਜੇ ਹਜੂਰ ਦੀ ਗੁਰਬਾਣੀ ਸੁਣਨੀ ਹੋਵੇ, ਕੰਨਾਂ ਤੋਂ ਬਿਨਾਂ ਹੀ ਸੁਣ ਲੈਂਦੇ ਹਨ। ਪੈਰਾਂ ਬਾਝੋ ਚੱਲਣਾ, ਜੇ ਕਿਤੇ ਮੰਦੀ ਜਗ੍ਹਾ ਤੇ ਜਾਣਾ ਹੋਵੇ, ਹਜੂਰ ਕਹਿੰਦੇ ਹਨ ਮੁਕਤ ਪੁਰਸ਼ ਗੁਰਮੁਖ ਲੰਗੜੇ ਹੋ ਜਾਂਦੇ ਹਨ। ਪਰ ਜੇ ਸਤ ਸੰਗਤ ਵੱਲ ਚੱਲਣਾ ਹੋਵੇ, ਪੈਰਾਂ ਤੋਂ ਬਿਨਾਂ ਹੀ ਚੱਲ ਕੇ ਚਲੇ ਜਾਂਦੇ ਹਨ। ਫਿਰ ਹਜੂਰ ਨੇ ਫਰਮਾਇਆ ਹੈ, ਬਿਨ ਹੱਥਾਂ ਕਰਨਾ, ਕਿਸੇ ਤੇ ਜ਼ੁਲਮ ਕਰਨਾ ਹੋਵੇ, ਬਿਨਾਂ ਹੱਥਾਂ ਤੋਂ ਹੋ ਜਾਂਦੇ ਹਨ। ਪਰ ਜੇ ਸੇਵਾ ਕਰਨੀ ਹੋਵੇ, ਬਿਨਾਂ ਹੱਥਾਂ ਤੋਂ ਹੀ ਸੇਵਾ ਕਰ ਜਾਂਦੇ ਹਨ। ਜੀਭੈ ਬਾਝੋ ਬੋਲਣਾ, ਮਾੜਾ ਬੋਲਣ ਲੱਗਿਆ ਜੀਭ ਤੋਂ ਬਗੈਰ ਮਾਨੋ ਕਿ ਗੂੰਗੇ ਹੋ ਜਾਂਦੇ ਹਨ ਗੁਰਮੁਖ। ਪਰ ਜੇ ਸਿਮਰਨ ਕਰਨਾ ਹੋਵੇ, ਜੀਭ ਤੋਂ ਬਿਨਾਂ ਹੀ ਕਰਦੇ ਹਨ। ਇਉਂ ਜੀਵਤ ਮਰਨਾ, ਸਤਿਗੁਰ ਜੀ ਫਰਮਾਉਂਦੇ ਹਨ, ਇਸ ਤਰ੍ਹਾਂ ਜੀਵਤ ਭਾਵ ਤੋਂ ਮਰ ਜਾਈਦਾ ਹੈ। ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ, ਇਸ ਤਰ੍ਹਾਂ ਖਸਮ ਨਾਲ ਮਿਲ ਜਾਈਦਾ ਹੈ। ਵਾਰਨੇ ਬਲਹਾਰਨੇ ਲੱਖ ਬਰੀਆ, ਐਸੇ ਸੁੰਦਰ ਬਚਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਉਚਾਰੇ ਹਨ। ਇਸੇ ਤਰ੍ਹਾਂ ਹੀ ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਮਹਾਰਾਜ ਜੀ ਕਹਿੰਦੇ ਹਨ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਹੈ,
ਨਾ ਕਿਸੇ ਦਾ ਡਰ ਮੰਨਦਾ ਹੈ, ਉਸ ਪੁਰਖ ਨੂੰ ਗਿਆਨੀ ਪੁਰਸ਼ ਕਿਹਾ ਜਾ ਸਕਦਾ ਹੈ। ਭੈ ਕਾਹੂ ਕੋ ਦੇਤ ਨਹਿ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਬੰਦੇ ਨੂੰ ਹਰਖ ਸੋਗ ਪਾਉਂਦਾ ਹੈ, ਸੁਖ ਦੁੱਖ ਵਿੱਚ ਬਿਰਤੀ ਸਮਾਨ ਨਹੀਂ ਰਹਿੰਦੀ, ਮੋਹ ਵਿੱਚ ਜੋ ਸਾਧ ਸੰਗਤ ਜੀ ਸਦਾ ਗਲਤਾਨ ਰਹਿੰਦਾ ਹੈ, ਉਹ ਬੰਦਾ ਫਿਰ ਸਾਧ ਸੰਗਤ ਜੀ ਭੈ ਵੀ ਮੰਨਦਾ ਹੈ, ਕਿਉਂਕਿ ਚੀਜ਼ਾਂ ਨਾਲ ਲਗਾਵ ਹੁੰਦਾ ਹੈ, ਚੀਜ਼ਾਂ ਦੇ ਜਾਣ ਦਾ ਡਰ ਬਣਿਆ ਰਹਿੰਦਾ ਹੈ, ਖੁਸ਼ੀ ਗਮੀ ਡਰ ਲੱਗਾ ਰਹਿੰਦਾ ਹੈ, ਕੋਈ ਗਮੀ ਦੀ ਖਬਰ ਨਾ ਆ ਜਾਵੇ, ਕਿਉਂਕਿ ਮੋਹ ਦੇ ਵਿੱਚ ਗਲਤਾਨ ਹੈ। ਹੁਣ ਜਿਹੜਾ ਬੰਦਾ ਮੋਹ ਵਿੱਚ ਗਲਤਾਨ ਹੈ, ਉਸ ਬਾਰੇ ਹਜੂਰ ਫਰਮਾਉਂਦੇ ਹਨ, ਸੋ ਕਤ ਡਰੈ ਜੇ ਖਸਮ ਸੰਭਾਰੇ। ਉਹ ਕਿਉਂ ਡਰੇ ਭਾਈ? ਜਿਹੜਾ ਖਸਮ ਦੀ ਯਾਦ ਨੂੰ ਸਦਾ ਆਪਣੇ ਹਿਰਦੇ ਵਿੱਚ ਸੰਭਾਲਦਾ ਹੈ। ਡਰ ਡਰ ਪਚੇ ਮਨ ਮੁਖ ਵਿਚਾਰੇ। ਜਿਹੜੇ ਮਨ ਦੇ ਪਿੱਛੇ ਲੱਗ ਜਾਂਦੇ ਹਨ, ਉਹ ਡਰ ਡਰ ਕੇ ਫਿਰ ਪਚ ਭਾਵ ਮਰਦੇ ਹਨ। ਓ ਨਾਨਕ ਸੁਨ ਰੇ ਮਨਾ ਨਹਿ ਭੈ ਕਾਹੂ ਕੋ ਦੇਤਨ ਹੈ। ਉਹ ਫਿਰ ਕਿਸੇ ਨੂੰ ਭੈ ਨਹੀਂ ਦਿੰਦੇ। ਨਹਿ ਭੈ ਮਾਨ ਧਿਆਨ। ਫਿਰ ਸਾਧ ਸੰਗਤ ਜੀ, ਜਿਸ ਤਰ੍ਹਾਂ ਹਜੂਰ ਹੁਣ ਗਿਆਨਵਾਨ ਪੁਰਸ਼ ਦੇ ਲੱਛਣ ਦੱਸ ਰਹੇ ਹਨ, ਹਜੂਰ ਫਰਮਾਉਂਦੇ ਹਨ, ਅਣਕ ਭੇਖ ਅਰ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਏ। ਭਾਵ ਹਜੂਰ ਫਰਮਾਉਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਮੋਹ ਹੈ, ਉਹ ਡਰਦਾ ਹੈ ਤੇ ਉਹ ਕਿਸੇ ਨੂੰ ਡਰਾਉਂਦਾ ਹੈ। ਫਿਰ ਗਿਆਨੀ ਪੁਰਖ ਕੌਣ ਹਨ? ਹਜੂਰ ਕਹਿੰਦੇ ਹਨ, ਜਿਹੜੇ ਅਨੇਕਾਂ ਭੇਖ ਕਰਦੇ ਹਨ, ਉਹ ਗਿਆਨੀ ਨਹੀਂ। ਮਹਾਰਾਜ ਜੀ ਕਹਿੰਦੇ ਹਨ, ਫਿਰ ਧਿਆਨ ਜੋ ਕਿਸੇ ਨੂੰ ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਦਿਖਾਉਂਦੇ ਹਨ, ਉਹ ਗਿਆਨੀ ਨਹੀਂ। ਜਾਂ ਮਨ ਹਠ ਕਰਦੇ ਹਨ, ਉਹ ਗਿਆਨੀ ਨਹੀਂ। ਜਿਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਜੀ ਫਰਮਾਉਂਦੇ ਹਨ, ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਜਿੰਦੇ ਤੇ ਸਤਿਗੁਰ ਜੀਆਂ ਦੀ ਕਿਰਪਾ ਹੋ ਜਾਂਦੀ ਹੈ, ਉਹ ਫਿਰ ਨਾ ਕਿਸੇ ਦਾ ਭੈ ਮੰਨਦਾ ਹੈ, ਨਾ ਹੀ ਕਿਸੇ ਦਾ ਭੈ ਲੈਂਦਾ ਹੈ। ਜਿਸ ਤਰ੍ਹਾਂ ਗੀਤਾ ਵਿੱਚ 4 ਤਰ੍ਹਾਂ ਦੇ ਸਾਧ ਸੰਗਤ ਜੀ ਜ਼ਿਕਰ ਆਇਆ ਹੈ, ਭਗਤ ਗਿਆਨੀ ਸੋਏ। ਉਹ ਭਗਤ 4 ਤਰ੍ਹਾਂ ਦੇ ਮੰਨੇ ਗਏ ਹਨ। ਇੱਕ ਤਾਂ ਮੰਨਿਆ ਗਿਆ ਹੈ ਅਰਥਾ ਅਰਥੀ। ਜਿਸ ਤਰ੍ਹਾਂ ਕੋਈ ਕਾਰਜ ਹੋਵੇ, ਜਿਸ ਤਰ੍ਹਾਂ ਸਦਾਮਾ ਜੀ ਆਏ ਹਨ ਕ੍ਰਿਸ਼ਨ ਜੀਆਂ ਦੇ ਪਾਸ, ਅਰਥਾ ਅਰਥੀ ਭਗਤ ਉਹ ਹੈ। ਜਿਸ ਤਰ੍ਹਾਂ ਸਦਾਮਾ ਜੀਆਂ ਨੇ ਕ੍ਰਿਸ਼ਨ ਜੀਆਂ ਨੂੰ ਕਿਹਾ ਸੀ ਕਿ ਮੇਰਾ ਸੋਹਣੇ ਦਾ ਜਿਸ ਤਰ੍ਹਾਂ ਘਰ ਬਣਾਇਆ ਜਾਵੇ, ਫਿਰ ਸਾਧ ਸੰਗਤ ਜੀ ਆਰਤ ਭਗਤ। ਜਿਸ ਤਰ੍ਹਾਂ ਭਗਤ ਸਾਧ ਸੰਗਤ ਜੀ ਧਰੂ ਤੇ ਜੀ ਤੇ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਆਪਣੀ ਮਾਤਾ ਨੂੰ ਕਹਿੰਦੇ ਸਨ, ਕਿਸ ਉਦਮ ਤੇ ਰਾਜ ਮਿਲੇ, ਛਤਰੀ ਤੇ ਸਭ ਹੋਵਣ ਮੀਤਾ। ਦੁੱਖ ਦੇ ਕਾਰਨ ਜਦੋਂ ਭਗਤ ਕੀਤੀ, ਜਦੋਂ ਪਿਤਾ ਜੀਆਂ ਦੀ ਗੋਦੀ ਚੋਂ ਜਿਸ ਤਰ੍ਹਾਂ ਮਤਰੇਈ ਮਾਂ ਨੇ ਉਠਾਇਆ, ਮਾਤਾ ਨੂੰ ਪੁੱਛਦੇ ਹਨ, ਕਿਸ ਉਦਮ ਤੇ ਰਾਜ ਮਿਲੇ, ਰਾਜ ਦੀ ਖਾਤਰ ਗਏ ਹਨ। ਫਿਰ ਸਾਧ ਸੰਗਤ ਜੀ ਅਨਨ ਭਗਤ ਆਉਂਦੇ ਹਨ, ਜਿਹੜੇ ਕਹਿੰਦੇ ਹਨ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ। ਮਹਾਰਾਜ ਜੀਆਂ ਤੋਂ ਬਿਨਾ ਹੋਰ ਕੁਝ ਨਹੀਂ ਮੰਗਦੇ। ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ। ਫਿਰ ਸਾਧ ਸੰਗਤ ਜੀ ਗਿਆਨਵਾਨ ਆਉਂਦੇ ਹਨ, ਗਿਆਨੀ ਭਗਤ ਆਉਂਦੇ ਹਨ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਹਜੂਰ ਦੇ ਪਾਸ ਜਿਸ ਤਰ੍ਹਾਂ ਆਏ ਹਨ, ਹਜੂਰ ਨੇ ਆਖਿਆ ਹੈ ਨਾਮ ਜਪਿਆ ਕਰੋ। ਜਿਸ ਸਮੇਂ ਹਜੂਰ ਨੇ ਬ੍ਰਹਮ ਗਿਆਨ ਬਖਸ਼ਿਆ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਨ, ਮਹਾਰਾਜ ਜੀ ਸਾਨੂੰ ਕੀ ਨਾਮ ਜਪਣ ਦੀ ਹੁਣ ਲੋੜ ਹੈ, ਆਪ ਜੀਆਂ ਨੇ ਤਾਂ ਉੱਥੇ ਪਹੁੰਚਾ ਦਿੱਤਾ ਹੈ ਜਿੱਥੇ ਮਹਾਰਾਜ ਜੀ ਆਪ ਜੀਆਂ ਦਾ ਵਾਸਾ ਹੈ। ਉਸ ਸਮੇਂ ਹਜੂਰ ਨੇ ਕਿਹਾ ਸੀ, ਜਿਸ ਨੇ ਪਹੁੰਚਾਇਆ ਹੈ, ਭਾਵ ਉਹਦਾ ਹੁਕਮ ਨਹੀਂ ਮੰਨਣਾ। ਸਤਿਗੁਰ ਜੀਆਂ ਨੇ ਐਸੀ ਸਿੱਖਿਆ ਦਿੱਤੀ ਹੈ। ਫਿਰ ਵੀ ਸੰਸਾਰ ਨੂੰ ਤਾਰਨ ਵਾਸਤੇ ਜੋ ਗਿਆਨੀ ਹੁੰਦੇ ਹਨ, ਮਹਾਰਾਜ ਜੀ ਕਹਿੰਦੇ ਹਨ, ਉਹ ਨਾ ਹੀ ਕਿਸੇ ਦਾ ਭੈ ਸਹਿੰਦੇ ਹਨ, ਨਾ ਹੀ ਕਿਸੇ ਤੋਂ ਭੈ ਲੈਂਦੇ ਹਨ। ਇਹ ਗਿਆਨਵਾਨ ਪੁਰਸ਼ ਦੇ ਲੱਛਣ ਹਨ। ਭੈ ਕਾਹੂ ਕੋ ਦੇਤਨ। ਫਿਰ ਸਾਧ ਸੰਗਤ ਜੀ 7 ਤਰ੍ਹਾਂ ਦਾ ਭੈ ਵਿਦਵਾਨਾਂ ਨੇ ਮੰਨਿਆ ਹੈ। ਯਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰਖਿਆ ਅਰ ਗੁਪਤ ਭੈ, ਅਕਸ਼ ਮਾਤਰ ਭੈ ਸਾਤ। ਜਿਸ ਤਰ੍ਹਾਂ ਯਹ ਭੈ ਆਪਣੇ ਤੋਂ ਵੱਡੇ ਤੋਂ ਡਰ ਜਾਣਾ ਜਾਂ ਛੋਟੇ ਨੂੰ ਡਰਾ ਲੈਣਾ,
ਫਿਰ ਯਹ ਭੈ, ਮਹਾਰਾਜ ਜੀ ਕਹਿੰਦੇ ਹਨ ਫਿਰ ਪ੍ਰਲੋਕ ਦਾ ਭੈ ਹੁੰਦਾ ਹੈ। ਜਿਸ ਸਮੇਂ ਮਰ ਕੇ ਜਾਵਾਂਗੇ, ਖੌਰੇ ਕਿਹੜੀਆਂ ਜੂਨਾਂ ਵਿੱਚ ਪਵਾਂਗੇ। ਜਨਮ ਵੇਦਨਾ, ਜਿਸ ਸਮੇਂ ਜਨਮ ਹੁੰਦਾ ਹੈ, ਇੱਕ ਉਹ ਭੈ ਮੰਨਿਆ ਗਿਆ ਹੈ, ਕਿਉਂਕਿ ਜ਼ਿਕਰ ਆਉਂਦਾ ਹੈ ਜਿਸ ਸਮੇਂ ਜਨਮ ਹੁੰਦਾ ਹੈ ਕਿੰਨੀ ਪੀੜਾ ਸਹਿਣੀ ਪੈਂਦੀ ਹੈ ਸਰੀਰ ਨੂੰ। ਫਿਰ ਜਾਤ, ਜਿਸ ਤਰ੍ਹਾਂ ਸਾਧ ਸੰਗਤ ਜੀ ਜਾਤੀ ਦਾ ਭੈ ਹੁੰਦਾ ਹੈ। ਇੱਕ ਕਸ਼ਮੀਰੀ ਪੰਡਤ ਜਿਸ ਤਰ੍ਹਾਂ ਨਰੰਗਾ ਚਾਹੁੰਦਾ ਸੀ ਸਭ ਹਿੰਦੂਆਂ ਨੂੰ ਮੁਸਲਮਾਨ ਬਣਾ ਦੇਵਾਂ, ਐਸੇ ਕਾਨੂੰਨ ਜਾਰੀ ਕੀਤੇ ਸੀ। ਜੇ ਕਿਸੇ ਪਾਸ ਸਰਕਾਰੀ ਨੌਕਰੀ ਹੈ ਤੇ ਹਿੰਦੂ ਜਾਤ ਦਾ ਹੈ, ਉਸ ਦੀ ਨੌਕਰੀ ਖੋਹ ਲਈ ਜਾਵੇ ਜੇ ਮੁਸਲਮਾਨ ਨਹੀਂ ਬਣਦਾ। ਜੇ ਉਸ ਦੇ ਪਾਸ ਜ਼ਮੀਨਾਂ ਹਨ, ਜ਼ਮੀਨਾਂ ਖੋਹ ਲਿੱਤੀਆਂ ਜਾਣ। ਜੇ ਮੁਸਲਮਾਨ ਬਣਨ ਨੂੰ ਤਿਆਰ ਹੈ ਤੇ ਅਹੁਦੇ ਦਿੱਤੇ ਜਾਣ। ਇਹ ਜਾਤੀ ਦਾ ਭੈ ਹੁੰਦਾ ਹੈ। ਫਿਰ ਮਹਾਰਾਜ ਜੀ ਕਹਿੰਦੇ ਹਨ ਅੰਨ ਰੱਖਿਆ। ਜਿਸ ਤਰ੍ਹਾਂ ਸਾਧ ਸੰਗਤ ਜੀ ਐਸਾ ਸਮਾਂ ਆ ਜਾਣਾ, ਜਿਸ ਸਮੇਂ ਮੱਖਣ ਸ਼ਾਹ ਨੇ ਦੇਖਿਆ ਹੈ ਬਰੇਤੇ ਦੇ ਵਿੱਚ ਜਹਾਜ਼ ਫਸਿਆ ਹੈ, ਆਸੇ ਪਾਸੇ ਕੋਈ ਉਸ ਨੂੰ ਬਚਾਉਣ ਵਾਲਾ ਨਹੀਂ ਹੈ। ਅੰਨ ਰੱਖਿਆ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਜਿੱਥੇ ਮਾਤਾ ਪਿਤਰ ਕੋਈ ਵੀ ਸਹਾਇਤਾ ਨਾ ਕਰ ਸਕੇ, ਉਥੇ ਹਜੂਰ ਸਹਾਇਤਾ ਕਰਦੇ ਹਨ। ਗੁਪਤ ਭੈ ਫਿਰ ਮੰਨਿਆ ਹੈ। ਜਿਸ ਤਰ੍ਹਾਂ ਕਿਤੇ ਸੈਰ ਕਰਦੇ ਹੋਈਏ ਇਹ ਮਨ ਵਿੱਚ ਡਰ ਰਹਿਣਾ ਕੋਈ ਥੱਲਿਓਂ ਕੀੜਾ ਨਾ ਨਿਕਲ ਆਵੇ, ਸੱਪ ਨਾ ਨਿਕਲ ਆਵੇ, ਅਕਸ਼ ਮਾਤਰ। ਫਿਰ ਐਸਾ ਭੈ ਮਨ ਵਿੱਚ ਸਹਿਮ ਲੱਗਾ ਰਹਿਣਾ ਕੋਈ ਬੁਰੀ ਖਬਰ ਨਾ ਆ ਜਾਵੇ। ਇਹ ਭੈ ਮੰਨਿਆ ਹੈ। 7 ਪ੍ਰਕਾਰ ਦੇ ਵਿਦਵਾਨਾਂ ਨੇ ਭੈ ਮੰਨੇ ਹਨ ਅਤੇ ਇੱਕ ਭੈ ਮੌਤ ਦਾ ਭੈ ਹੁੰਦਾ ਹੈ। ਹਜੂਰ ਕਹਿੰਦੇ ਹਨ ਭੈ ਕਾਹੂ ਕੋ ਦੇਤ ਨਹਿ। ਜੋ ਨਾ ਹੀ ਕਿਸੇ ਨੂੰ ਭੈ ਦਿੰਦਾ ਹੈ, ਨਾ ਹੀ ਕਿਸੇ ਦਾ ਭੈ ਮੰਨਦਾ ਹੈ। ਭੈ ਕਾਹੂ ਕੋ ਦੇਤ ਨਹਿ। ਜੋ ਕਿਸੇ ਦਾ ਨਾ ਹੀ ਭੈ ਮੰਨਦਾ ਹੈ, ਹਾਂਜੀ, ਨਹਿ ਭੈ ਮਾਨ ਧਿਆਨ। ਨਾ ਹੀ ਇਹ 7 ਤਰ੍ਹਾਂ ਦੇ ਭੈ ਮੰਨਦਾ ਹੈ, ਕਿਉਂਕਿ ਜਾਣ ਲੈਂਦਾ ਹੈ ਭੈ ਦੇਣਾ ਪਸ਼ੂਆਂ ਦਾ ਕੰਮ ਹੈ। ਨਿੰਦਰਾ ਭੋਜਨ, ਇਸ ਤਰ੍ਹਾਂ ਭੋਗ ਭੈ। ਇਹ ਪਸ਼ੂ ਸਮਾਨ। ਜਿਸ ਤਰ੍ਹਾਂ ਨੀਂਦ ਲੈਣੀ, ਇਸ ਤਰ੍ਹਾਂ ਭੋਗ ਭੋਗਣੇ। ਪ੍ਰਸ਼ਾਦਾ ਖਾ ਕੇ ਸੁੱਤੇ ਰਹਿਣਾ ਤੇ ਆਪਣੇ ਤੋਂ ਵੱਡੇ ਤੋਂ ਡਰ ਜਾਣਾ, ਇਹ ਤਾਂ ਪਸ਼ੂ ਤੇ ਬੰਦੇ ਦੇ ਵਿੱਚ ਸਮਾਨ ਹੈ। ਗਿਆਨ, ਨਰਨ ਗਿਆਨ ਨਿਜ ਅਦਕਤਾ। ਗਿਆਨ ਬਿਨਾ ਪਸ ਜਾਣ। ਬੰਦੇ ਦੇ ਵਿੱਚ ਗਿਆਨ ਪਾਇਆ ਹੈ ਸਤਿਗੁਰ ਜੀਆਂ ਨੇ। ਗਿਆਨ ਤੋਂ ਬਿਨਾ ਹਜੂਰ ਕਹਿੰਦੇ ਹਨ ਪਸ਼ੂ ਦੀ ਨਿਆਈ ਹੈ ਬੰਦਾ। ਇਸ ਕਰਕੇ ਉਹ ਕਿਸੇ ਦਾ ਭੈ ਨਹੀਂ ਮੰਨਦੇ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਫਰਮਾਉਂਦੇ ਹਨ ਹੇ ਮੇਰਿਆ ਮਨਾ ਸੁਨਾ ਕਰ। ਗਿਆਨੀ ਤਾਹੇ ਬਖਾਨ। ਗਿਆਨੀ ਕਿਹਨੂੰ ਕਿਹਾ ਜਾਂਦਾ ਹੈ? ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਮਹਾਰਾਜ ਜੀ ਕਹਿੰਦੇ ਹਨ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ। ਗੁਰੂ ਦੀ ਜੋ ਸ਼ਰਨ ਵਿੱਚ ਆ ਕੇ ਇਹਨਾਂ 7 ਭੈਆਂ ਨੂੰ ਜੋ ਕੱਟ ਦਿੰਦਾ ਹੈ ਉਹ ਗਿਆਨੀ ਹੈ। ਫਿਰ ਗਿਆਨੀ ਪੁਰਸ਼ ਦੇ ਮਹਾਰਾਜ ਜੀਆਂ ਨੇ ਲੱਛਣ ਕਥਨ ਕੀਤੇ ਹਨ। ਗਿਆਨ ਮਹਾਰਾਜ ਜੀ ਫਰਮਾਉਂਦੇ ਹਨ ਗਿਆਨ ਧਿਆਨ ਨਹੀਂ ਮੁਖ ਬਾਤੋਂ। ਮਹਾਰਾਜ ਜੀ ਕਹਿੰਦੇ ਹਨ ਗਿਆਨੀ ਉਹ ਨਹੀਂ ਜੋ ਗੱਲਾਂ ਦੇ ਨਾਲ ਸਭ ਨੂੰ ਭਰਮਾਉਂਦਾ ਹੈ। ਅਨੇਕ ਜੁਗਤ ਸ਼ਾਸਤਰ ਕਰ ਭਾਤੋਂ। ਮਹਾਰਾਜ ਜੀ ਕਹਿੰਦੇ ਹਨ ਅਨੇਕਾਂ ਜੁਗਤੀਆਂ ਨਾਲ ਸ਼ਾਸਤਰਾਂ ਦੀ ਜੋ ਕਥਾ ਕਰ ਲੈਂਦਾ ਹੈ। ਮਹਾਰਾਜ ਜੀ ਫਰਮਾਉਂਦੇ ਹਨ ਗਿਆਨੀ ਸੋਏ ਜਾ ਕੇ ਦ੍ਰਿੜ ਸੋਊ। ਉਹੀ ਗਿਆਨੀ ਹੈ ਜਿਹਨੂੰ ਨਿਸ਼ਚਾ ਹੋ ਗਿਆ ਹੈ, ਮਨ ਦੇ ਵਿੱਚ ਦ੍ਰਿੜਤਾ ਹੋ ਗਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਭ ਡਰ ਦੂਰ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਭੈ ਕਾਹੂ ਕੋ ਦੇਤ ਨਹਿ। ਫਿਰ ਸਾਧ ਸੰਗਤ ਜੀ ਜੇ ਇਸ ਤਰ੍ਹਾਂ ਅਰਥ ਕੀਤੇ ਜਾਣ ਭੈ ਕਾਹੂ ਕੋ ਦੇਤ, ਜਿਹੜੇ ਗੁਰਮੁਖ ਹੁੰਦੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਆਪਣੇ ਮਨ ਨੂੰ ਭੈ ਦਿੰਦੇ ਹਨ, ਸੰਸਾਰੀ ਚੀਜ਼ਾਂ ਤੋਂ ਰੋਕਦੇ ਹਨ। ਕਹਿੰਦੇ ਹਨ ਨੱਚਣ ਕੁੱਦਣ ਮਨ ਕਾ ਚਾਉ। ਇਹ ਤਾਂ ਮਨ ਦਾ ਚਾਉ ਹੈ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਮਨ ਵਿੱਚ ਹਜੂਰ ਦਾ ਨਿਰਮਲ ਡਰ ਵਸ ਜਾਂਦਾ ਹੈ ਉਹਨਾਂ ਦੇ ਮਨ ਵਿੱਚ ਫਿਰ ਪ੍ਰੇਮ ਉਤਪੰਨ ਹੁੰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਸੇਖ ਬ੍ਰਹਮ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੁੱਛਿਆ ਸੀ ਹਜੂਰ ਇਹ ਜੋ ਰਾਸਾਂ ਪਾਉਂਦੇ ਹਨ ਨੱਚਦੇ ਟੱਪਦੇ ਹਨ
ਹਜੂਰ ਆਪ ਕਹਿੰਦੇ ਹੋ ਕੋਈ ਫਾਇਦਾ ਨਹੀਂ, ਪਰ ਹਜੂਰ ਕਿੰਨਾ ਘੁੰਮਦੇ ਹਨ, ਕੁਝ ਤਾਂ ਫਾਇਦਾ ਹੁੰਦਾ ਹੋਵੇਗਾ। ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਰਮਾਇਆ ਸੀ, ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ। ਮਹਾਰਾਜ ਜੀ ਕਹਿੰਦੇ ਹਨ ਜਿਹੜਾ ਕੋਲੂ ਹੈ, ਫਿਰ ਚਰਖਾ ਹੈ, ਚੱਕੀ ਹੈ ਤੇ ਚੱਕ ਕਿੰਨਾ ਘੁੰਮਦੇ ਹਨ ਸੇਖ ਬ੍ਰਹਮ, ਇਹ ਨਾ ਮੁਕਤ ਹੋ ਜਾਣ। ਫਿਰ ਜਿਹੜੇ ਵਰੋਲੇ ਆਉਂਦੇ ਹਨ ਕਿੰਨਾ ਉਹ ਘੁੰਮਦੇ ਹਨ ਸੇਖ ਬ੍ਰਹਮ, ਉਹ ਨਾ ਮੁਕਤ ਹੋ ਜਾਣ। ਮਹਾਰਾਜ ਜੀਆਂ ਨੇ ਫਰਮਾਇਆ ਹੈ ਲਾਟੂ ਮਾਧਾਣੀਆਂ, ਫਿਰ ਲਾਟੂ ਕਿੰਨਾ ਘੁੰਮਦਾ ਹੈ, ਉਹ ਨਾ ਸੇਖ ਬ੍ਰਹਮ ਮੁਕਤ ਹੋ ਜਾਵੇ। ਫਿਰ ਮਧਾਣੀ ਕਿੰਨੀ ਘੁੰਮਦੀ ਹੈ। ਮਹਾਰਾਜ ਜੀ ਕਹਿੰਦੇ ਹਨ ਫਿਰ ਤਾਂ ਸੇਖ ਬ੍ਰਹਮ ਜੇ ਘੁੰਮਣ ਨਾਲ ਮੁਕਤੀ ਮਿਲਦੀ ਹੁੰਦੀ, ਘੁੰਮ ਘੁੰਮ ਕੇ ਮਹਾਰਾਜ ਜੀ ਕਹਿੰਦੇ ਹਨ ਇਹਨਾਂ ਨੇ ਮੁਕਤ ਪਾ ਲੈਣੀ ਸੀ। ਹਜੂਰ ਕੀ ਫਾਇਦਾ ਹੈ ਇਹਦਾ? ਮਹਾਰਾਜ ਜੀਆਂ ਨੇ ਕਿਹਾ ਹੈ ਨੱਚਣ ਕੁੱਦਣ ਮਨ ਕਾ ਚਾਓ। ਇਹ ਪੰਕਤੀ ਸੁਣਾ ਦਿੰਦੇ ਹਨ ਕਿ ਨੱਚਣਾ ਵੀ ਮਹਾਰਾਜ ਜੀਆਂ ਨੇ ਕਿਹਾ ਹੈ, ਹਜੂਰ ਨੇ ਕਿਹਾ ਹੈ ਇਸ ਦਾ ਕੋਈ ਫਾਇਦਾ ਨਹੀਂ ਸੇਖ ਬ੍ਰਹਮ, ਇਹ ਕੇਵਲ ਮਨ ਦਾ ਚਾਹ ਹੈ। ਹਜੂਰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ? ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਮਹਾਰਾਜ ਜੀ ਆਂਦੇ ਹਨ ਜਿਨ੍ਹਾਂ ਦੇ ਮਨ ਵਿੱਚ ਕਾਲ ਪੁਰਖ ਵਾਹਿਗੁਰੂ ਦਾ ਭੈ ਹੈ, ਉਹਨਾਂ ਦੇ ਮਨ ਵਿੱਚ ਹੀ ਸੇਖ ਬ੍ਰਹਮ ਪ੍ਰੇਮ ਉਪਜਦਾ ਹੈ। ਹਜੂਰ ਕਹਿੰਦੇ ਹਨ ਭੈ ਕਾਹੂ ਕੋ ਦੇਤ, ਜੋ ਸਾਡੇ ਗੁਰਮੁਖ ਹਨ ਆਪਣੇ ਮਨ ਨੂੰ ਭੈ ਦੇ ਕੇ ਰੱਖਦੇ ਹਨ। ਹਜੂਰ ਇਹ ਜੋ ਜੀਵ ਹੈ, ਕਿਉਂਕਿ ਸਾਧ ਸੰਗਤ ਜੀ ਹਜੂਰ ਤਾਂ ਬਖਸ਼ਣ ਯੋਗ ਹਨ। ਜਿਸ ਸਮੇਂ ਭਾਈ ਵੀਰ ਸਿੰਘ ਜੀਆਂ ਦੀ ਘਟਨਾ ਆਉਂਦੀ ਹੈ, ਇੱਕ ਪਾਦਰੀ ਜਿਸ ਤਰ੍ਹਾਂ ਗਿਰਜਾ ਘਰ ਦੇ ਵਿੱਚ ਉਹ ਕਹਿ ਰਿਹਾ ਸੀ, ਪ੍ਰਚਾਰ ਕਰ ਰਿਹਾ ਸੀ ਈਸਾਈ ਧਰਮ ਦਾ, ਕਹਿ ਰਿਹਾ ਸੀ ਕੋਈ ਧਰਮ 2 ਵਾਰੀ ਮਾਫ ਕਰਦਾ ਹੈ, ਕੋਈ 3 ਵਾਰੀ। ਸਾਡੇ ਈਸਾ ਜੀਆਂ ਨੇ ਆਖਿਆ ਹੈ 73 ਵਾਰੀ ਕੋਈ ਗਲਤੀ ਕਰੇ 73 ਵਾਰੀ ਮਾਫ ਕਰ ਦਵੋ। ਉਸ ਸਮੇਂ ਭਾਈ ਸਾਹਿਬ ਨੇ ਪੁੱਛਿਆ ਸੀ ਜੇ ਕੋਈ ਉਸ ਤੋਂ ਜ਼ਿਆਦਾ ਪਾਪ ਕਰੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਲੇਖੈ ਕਤੈ ਨਾ ਛੂਟੀਐ। ਮਹਾਰਾਜ ਜੀ ਜੀਵਤਾ ਭੁੱਲਣਹਾਰ ਹੈ, ਲੇਖਿਆਂ ਕਰਕੇ ਤਾਂ ਇਹ ਛੁੱਟ ਨਹੀਂ ਸਕਦਾ, ਕਿਉਂਕਿ ਅਣਗਿਣਤ ਗਿਣਤੀਆਂ ਕਰਦਾ ਹੈ। ਖਿਨ ਖਿਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹਜੂਰ ਤਾਂ ਕਰੋੜਾਂ ਗਲਤੀਆਂ ਮਾਫ ਕਰ ਦਿੰਦੇ ਹਨ। ਇਸੇ ਕਰਕੇ ਗੁਰਮੁਖ ਕਹਿੰਦੇ ਹਨ ਭੈ ਕਾਹੂ ਕੋ ਦੇਤ। ਮਨ ਦੇ ਵਿੱਚ ਫਿਰ ਵੀ ਹਜੂਰ ਦਾ ਨਿਰਮਲ ਭੈ ਪਾ ਕੇ ਰੱਖਦੇ ਹਨ। ਨਹਿ ਭੈ ਮਾਨਤ ਆਣ, ਨਿਰਭਉ ਜਪੈ ਸਗਲ ਭਉ ਮਿਟੈ। ਹੋਰ ਕਿਸੇ ਦਾ ਫਿਰੋ ਭੈ ਨਹੀਂ ਮੰਨਦੇ। ਭੈ ਕਾਹੂ ਕੋ ਦੇਤ ਨਹਿ। ਮਹਾਰਾਜ ਜੀ ਫਰਮਾਉਂਦੇ ਹਨ ਜਿਹੜੇ ਫਿਰ ਗੁਰਮੁਖ ਜਾਣ ਲੈਂਦੇ ਹਨ ਮਣਾ ਹਜੂਰ ਪੁਨਾ ਪੁਨਾ ਤੈਨੂੰ ਦੇਖਦੇ ਹਨ, ਆਪਣੇ ਮਨ ਵਿੱਚ ਭੈ ਪਾ ਕੇ ਰੱਖਦੇ ਹਨ। ਨਹਿ ਭੈ ਮਾਨਤ ਆਨ, ਤੇ ਉਹ ਫਿਰ ਕਿਸੇ ਦਾ ਭੈ ਨਹੀਂ ਮੰਨਦੇ। ਕਾਲ ਤਿਕਰ ਦਾ ਉਹਨਾਂ ਨੂੰ ਭੈ ਨਹੀਂ ਪਾਉਂਦਾ। ਓ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਫਰਮਾਉਂਦੇ ਹਨ ਗਿਆਨੀ ਪੁਰਖ ਫਿਰ ਕੌਣ ਹੈ, ਉਹਦੇ ਲੱਛਣ ਸੁਨਣਾ ਕਰੋ। ਗਿਆਨੀ ਤਾਹੇ ਬਖਾਨ। 6 ਲੱਛਣ ਮਹਾਰਾਜ ਜੀਆਂ ਨੇ ਸ਼ਲੋਕ ਸਹਿਸਕ੍ਰਿਤੀ ਅੰਮ੍ਰਿਤ ਗੁਰਬਾਣੀ ਵਿੱਚ ਜਿਸ ਤਰ੍ਹਾਂ ਦਰਸਾਏ ਹਨ। ਮੰਤਰੰ ਰਾਮ ਰਾਮ ਨਾਮੰ ਧਿਆਨਕ ਧਿਆਨੰ ਸਰਬੱਤਰ ਪੂਰਨ ਹੈ। ਸਦਾ ਉਹਨਾਂ ਦੇ ਮਨ ਦੇ ਵਿੱਚ ਮੰਤਰੰ ਰਾਮ ਰਾਮ ਨਾਮੰ, ਮੁਖ ਦੇ ਵਿੱਚੋਂ ਕਾਲ ਪੁਰਖ ਵਾਹਿਗੁਰੂ ਦਾ ਨਾਮ ਚੱਲਦਾ ਹੈ। ਸਦਾ ਹੀ ਉਹਨਾਂ ਦੀ ਬਿਰਤੀ ਧਿਆਨ ਵਿੱਚ ਜੁੜੀ ਰਹਿੰਦੀ ਹੈ। ਗਿਆਨੰ ਸਮ ਦੁੱਖ ਸੁਖੰ। ਮਹਾਰਾਜ ਜੀ ਕਹਿੰਦੇ ਹਨ ਸੁਖ ਤੇ ਦੁੱਖ ਦੇ ਵਿੱਚ ਉਹਨਾਂ ਦਾ ਗਿਆਨ ਸਥਿਰ ਰਹਿੰਦਾ ਹੈ, ਕਦੇ ਚਲਾਏਮਾਨ ਨਹੀਂ ਹੁੰਦਾ। ਜੇ ਘਰ ਦੇ ਵਿੱਚ ਦੁੱਖ ਆ ਜਾਵੇ ਤਾਂ ਭਾਵ ਨਿਤਨੇਮ ਹੀ ਨਹੀਂ ਹੋਇਆ, ਬਾਲਾ ਸੁੱਖ ਆ ਜਾਵੇ ਸਭ ਕੁਝ ਛੁੱਟ ਗਿਆ ਹੈ, ਐਸਾ ਨਹੀਂ। ਹਜੂਰ ਕਹਿੰਦੇ ਹਨ ਜੋ ਗਿਆਨਵਾਨ ਪੁਰਸ਼ ਹੈ ਗਿਆਨੰ ਸਮ ਸੁਖ ਦੁਖੰ। ਮਹਾਰਾਜ ਜੀ ਕਹਿੰਦੇ ਹਨ ਜੁਗਤ ਨਿਰਮਲ ਨਿਰਵੈਰਣ ਹੈ। ਫਿਰ ਐਸੀ ਜੁਗਤੀ ਨਾਲ ਜੀਵਨ ਜੀਂਦੇ ਹਨ, ਕਿਸੇ ਨਾਲ ਵੀ ਉਹ ਵੈਰ ਨਹੀਂ ਕਰਦੇ। ਦਿਆਲੰ ਸਰਬੱਤਰ ਜੀਆ। ਮਹਾਰਾਜ ਜੀ ਕਹਿੰਦੇ ਹਨ ਪੰਚ ਦੋਖ ਵਿਵਰਜਿਤ ਹੈ, ਸਦਾ ਹੀ ਸਾਰਿਆਂ ਤੇ ਦਿਆਲ ਹੁੰਦੇ ਹਨ। ਜੇ ਕੋਈ ਉਹਨਾਂ ਦਾ ਮਿੱਤਰ ਆ ਜੇ ਜਾਂ ਸ਼ਤਰੂ ਆ ਜਾਵੇ,
ਸਭ ਨੂੰ ਇੱਕੋ ਬਰਾਬਰ ਉਪਦੇਸ਼ ਦਿੰਦੇ ਹਨ ਨਾਮ ਜਪਣ ਦਾ। ਮਹਾਰਾਜ ਜੀ ਕਹਿੰਦੇ ਹਨ ਫਿਰ ਪੰਜ ਦੋਖ ਹਨ ਜੋ ਉਹਨਾਂ ਨੂੰ ਬਵਰਜ ਦਿੰਦੇ ਹਨ, ਥੰਮ ਲਾ ਦਿੰਦੇ ਹਨ। ਮਹਾਰਾਜ ਜੀ ਅੱਗੇ ਫਰਮਾਉਂਦੇ ਹਨ ਉਪਦੇਸੰ ਸਮ ਮਿੱਤਰ ਸਤਰਹਿ ਭਗਵੰਤ ਭਗਤ ਭਾਵਨੀ। ਸਦਾ ਹੀ ਮਹਾਰਾਜ ਜੀਆਂ ਦੀ ਭਾਵਨੀ ਭਗਤੀ ਵਿੱਚ ਲੱਗੇ ਰਹਿੰਦੇ ਹਨ। हे ਪੰਡਤ ਹਲੀ ਲਾਲ ਕ੍ਰਿਸ਼ਨ ਲਾਲ, ਫਿਰ ਮਹਾਰਾਜ ਜੀਆਂ ਨੇ ਕਿਹਾ ਸੀ ਪਰ ਨਿੰਦਾ ਨਹਿ ਸਰੋਤ ਸ਼ਰਵਣੰ। ਆਪਣੇ ਕੰਨਾਂ ਦੇ ਨਾਲ ਗਿਆਨਵਾਨ ਪੁਰਸ਼ ਕਿਸੇ ਦੀ ਨਿੰਦਾ ਨਹੀਂ ਸੁਣਦਾ। ਆਪ ਤਿਆਗ ਸਗਲ ਰੇਣਕ ਹੈ, ਕਿਉਂਕਿ ਆਪਣਾ ਭਾਵ ਉਸਨੇ ਤਿਆਗ ਦਿੱਤਾ ਹੈ। ਹਰੇਕ ਦੇ ਚਰਨਾਂ ਦੀ ਧੂੜੀ ਹੋ ਜਾਂਦਾ ਹੈ, ਕਿਉਂਕਿ ਨਿੰਦਾ ਤਾਂ ਕਰਦਾ ਹੈ ਜੀਵ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝਦਾ ਹੈ। ਉਹਨਾਂ ਨੇ ਐਸੀ ਨਿਮਰਤਾ ਦੀ ਢਾਲ ਪੈਣੀ ਹੈ, ਪਹਿਲਾਂ ਹੀ ਹੱਥ ਜੋੜ ਕੇ ਰੱਖਦੇ ਹਨ ਮਹਾਰਾਜ ਜੀ ਏਤੇ ਔਗਣ ਮੋਹ ਤਨ ਮਾਹੀ, ਰਾਖ ਲਿਹੋ ਪ੍ਰਭ ਸਰਣ ਗਹੀ। ਮਹਾਰਾਜ ਜੀ ਔਗਣਾਂ ਦੇ ਭਰੇ ਹਾਂ, ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਉਹ ਨਾ ਹੀ ਕਿਸੇ ਦੀ ਨਿੰਦਾ ਸੁਣਦੇ ਹਨ। ਮਹਾਰਾਜ ਜੀ ਕਹਿੰਦੇ ਹਨ ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵੱਜਣ ਹੈ। ਮਹਾਰਾਜ ਜੀ ਕਹਿੰਦੇ ਹਨ ਇਹ 6 ਲੱਛਣ ਪੂਰਨ ਪੁਰਖ ਦੇ ਹਨ। ਗਿਆਨੀ ਤਾਹੇ ਬਖਾਣ, ਉਸ ਨੂੰ ਗਿਆਨੀ ਕਿਹਾ ਜਾ ਸਕਦਾ ਹੈ। ਕਾਹੂ ਕੋ ਦੇਤਨ ਹੈ। ਫਿਰ ਗਿਆਨੀ ਸਾਧ ਸੰਗਤ ਜੀ ਗਿਆਨ ਸਰੂਪ ਪ੍ਰਕਾਸ਼ ਸਰੂਪ ਗੁਰੂ। ਗੂ ਨਾਮ ਹੈ ਹਨੇਰੇ ਦਾ, ਰੂ ਰੌਸ਼ਨੀ ਦਾ, ਜੋ ਹਨੇਰੇ ਵਿੱਚ ਚਾਨਣ ਕਰ ਦਵੇ। ਹੁਣ ਅਰਥ ਲਾਉਣੇ ਗਿਆਨ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਸਾਕ ਨਾ ਸੋਗ ਨਾ ਭੋਗ ਨਾ ਭੈ ਹੈ। ਉਸ ਕਾਲ ਪੁਰਖ ਵਾਹਿਗੁਰੂ ਨੂੰ ਇਹ ਜੀਵਾਂ ਵਾਂਗੂ ਕੋਈ ਵੀ ਵਿਸ਼ੇ ਨਹੀਂ ਪਾਉਂਦੇ। ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ ਦੇਹ ਵਿਹੀਨ ਸਨੇਹ ਸਭੋ ਤਨ। ਉਹ ਕਾਲ ਪੁਰਖ ਵਾਹਿਗੁਰੂ ਦੇਹਾਂ ਤੋਂ ਬਿਨਾਂ ਹੈ, ਪਰ ਹਰੇਕ ਦੇ ਤਨ ਵਿੱਚ ਵਸਦਾ ਹੈ। ਨੇਹ ਬਰਕਤ ਅਗੇਹ ਅਸ਼ੈ ਹੈ, ਪ੍ਰੇਮ ਤੋਂ ਭਾਵ ਕਿਸੇ ਨਾਲ ਮੋਹ ਨਹੀਂ ਕਰਦਾ ਕਾਲ ਪੁਰਖ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਹਨ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਹਜੂਰ ਕਹਿੰਦੇ ਹਨ ਉਹ ਜੜ ਚੀਜ਼ਾਂ ਨੂੰ ਵੀ ਦੇ ਰਿਹਾ ਹੈ, ਜ਼ਮੀਨ ਨੂੰ, ਅਤੇ ਚੱਲਣ ਵਾਲੀਆਂ ਨੂੰ ਵੀ ਦੇ ਰਿਹਾ ਹੈ। ਮਹਾਰਾਜ ਜੀ ਕਹਿੰਦੇ ਹਨ ਧਰਤੀ ਤੇ ਰੀਂਗਣ ਵਾਲਿਆਂ ਨੂੰ ਵੀ ਦੇ ਰਿਹਾ ਹੈ, ਆਕਾਸ਼ ਵਿੱਚ ਚੱਲਣ ਵਾਲਿਆਂ ਨੂੰ ਵੀ ਦੇ ਰਿਹਾ ਹੈ। ਮਹਾਰਾਜ ਜੀ ਫਰਮਾਉਂਦੇ ਹਨ ਉਸ ਕਾਲ ਪੁਰਖ ਵਾਹਿਗੁਰੂ ਨੂੰ ਨਾ ਹੀ ਕਿਸੇ ਦਾ ਭੈ ਹੈ। ਭੈ ਕਾਹੂ ਕੋ ਦੇਤਨ ਹੈ। ਉਹ ਕਾਲ ਪੁਰਖ ਵਾਹਿਗੁਰੂ ਨੂੰ ਨਾ ਕਿਸੇ ਦਾ ਭੈ ਹੈ। ਨਹਿ ਭੈ ਮਾਨ ਧਿਆਨ, ਨਾ ਹੀ ਕਿਸੇ ਦਾ ਉਹ ਕਾਲ ਪੁਰਖ ਵਾਹਿਗੁਰੂ ਭੈ ਮੰਨਦਾ ਹੈ। ਕਹੋ ਨਾਨਕ ਸੁਨ ਰੇ ਮਨਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਹੋ ਨਾਨਕ ਉਹ ਕੌਣ ਹਨ? ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੁਨ ਰੇ ਮਣਾ ਇਸ ਗੱਲ ਤੇ ਨਿਸ਼ਚਾ ਕਰ ਲਾ। ਗਿਆਨੀ ਤਾਹੇ ਬਖਾਨ। ਗਿਆਨੀ ਗੁਰੂ ਸਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਿਹਾ ਜਾ ਸਕਦਾ ਹੈ। ਹਜੂਰ ਨਾ ਹੀ ਕਿਸੇ ਦਾ ਭੈ ਮੰਨਦੇ ਹਨ ਤੇ ਨਾ ਹੀ ਹਜੂਰ ਕਿਸੇ ਨੂੰ ਭੈ ਦਿੰਦੇ ਹਨ। ਅੱਗੇ ਹਾਂਜੀ ਜਿਹ ਵਿਖਿਆ ਸਗਲੀ ਤਜੀ। ਫਿਰ ਸਾਧ ਸੰਗਤ ਜੀ ਹੁਣ ਆਪਾਂ ਕਹਿੰਦੇ ਹਾਂ ਇਹਨੂੰ ਬਹੁਤ ਇਹਦੇ ਪਾਸ ਚੀਜ਼ਾਂ ਹਨ, ਮੱਥੇ ਦੇ ਭਾਗ ਬੜੇ ਇਸ ਦੇ ਸ੍ਰੇਸ਼ਟ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿਹੜੇ ਬੰਦੇ ਦੇ ਮੱਥੇ ਦੇ ਸ੍ਰੇਸ਼ਟ ਭਾਗ ਹਨ? ਹਜੂਰ ਫਰਮਾਉਂਦੇ ਹਨ ਜਿਹੇ ਵਿਖਿਆ ਸਗਲੀ ਤਜੀ। ਵਿਖਿਆ ਜ਼ਹਿਰ ਨੂੰ ਕਹਿੰਦੇ ਹਨ, ਫਿਰ ਵਿਖਿਆ ਵਾਸ਼ਨਾ ਨੂੰ ਕਹਿੰਦੇ ਹਨ, ਵਿਖਿਆ ਇਤਿਆਦਿਕ ਸ਼ਰਾਬ ਨੂੰ ਵੀ ਕਿਹਾ ਜਾਂਦਾ ਹੈ। ਹਜੂਰ ਫਰਮਾਉਂਦੇ ਹਨ ਇਹ ਵਿਖਿਆ ਮਾਇਆ ਜਿਸ ਪ੍ਰਾਣੀ ਨੇ ਛੱਡ ਦਿੱਤੀ ਹੈ। ਜਿਹੇ ਵਿਖਿਆ ਸਗਲੀ ਤਜੀ। ਜਿਨ੍ਹਾਂ ਨੇ ਵਿਖਿਆ ਭਾਵੇਂ ਜ਼ਹਿਰ ਤਜ ਦਿੱਤੀ ਹੈ। ਲਿਓ ਭੇਖ ਬੈਰਾਗ। ਤੇ ਬਰਾਗ ਦਾ ਭੇਖ ਤਾਰਨ ਕਰ ਲਿਆ ਹੈ। ਮਣਾ ਸਭ ਕੁਝ ਨਾਸਵੰਤ ਹੈ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਫਰਮਾਉਂਦੇ ਹਨ ਹੇ ਮੇਰਿਆ ਮਣਾ। ਮਨ ਕਹਿੰਦੇ ਹਾਂ ਜੋ ਬੜਾ ਪਿਆਰਾ ਹੁੰਦਾ ਹੈ ਹਿਰਦਾ। ਹੇ ਗੁਰ ਸਿੱਖੋ ਸੁਨਾ ਕਰੋ। ਤੇ ਨਰ ਮਾਥੈ ਭਾਗ। ਮਾਨੋ ਕਿ ਉਸ ਬੰਦੇ ਦੇ ਸ੍ਰੇਸ਼ਟ ਭਾਗ ਜਾਗੇ ਹਨ
ਜਿਨੇ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਨਾਮ ਵਿੱਚ ਬਿਰਤੀ ਲਾ ਲਈ ਹੈ। ਜਿਹ ਸਤਿਗੁਰ ਸੋ ਪ੍ਰਸੰਨ ਸ਼ਬਦ ਲਗ ਭਵਜਲ ਤਾਰੇ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਸਤਿਗੁਰ ਜੀ ਸ਼ਬਦ ਵਿੱਚ ਲਾ ਕੇ ਪਾਰ ਉਤਾਰਾ ਕਰ ਦਿੰਦੇ ਹਨ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ ਕਿ ਬਹੁਤ ਧਨ ਦੌਲਤ ਇਕੱਠੀ ਕਰ ਲਈ ਹੈ। ਵੱਡੇ ਭਾਗ ਉਹ ਹਨ ਪਤਾ ਲੱਗ ਜਾਣਾ ਮਣਾ ਨਾਸ਼ਵੰਤ ਹੈ। ਫਿਰ ਕੱਲਾ ਪਤਾ ਨਹੀਂ ਲੱਗਣਾ ਲਿਓ ਭੇਖ ਬੈਰਾਗ। ਹਜੂਰ ਦੀ ਫਿਰ ਸਿੱਖੀ ਧਾਰਨ ਕਰਨ ਦਾ ਭੇਖ ਧਾਰਨ ਕਰ ਲਿਆ ਹੈ ਮਣਾ। ਸਭ ਕੁਝ ਨਾਸ਼ਵੰਤ ਹੈ ਸਦਾ ਅਗਾਂਹ ਕੂਤਰਾਗ। ਪਿੱਛੇ ਫੇਰ ਨਾ ਮੋਹਡੜਾ ਸਦਾ ਹੀ ਆਤਮਿਕ ਜੀਵਨ ਉੱਚਾ ਚੁੱਕਣ ਵੱਲ ਗੁਰਸਿੱਖ ਤੁਰਦੇ ਹਨ। ਫਿਰ ਆਂਦੇ ਹਨ ਮਣਾ ਜੇ ਸਿੱਖੀ ਧਾਰਨ ਕਰ ਲਈ ਹੈ ਹੁਣ ਪਿੱਛੇ ਨੂੰ ਕਾਤੋਂ ਮੋਢਾ ਫੇਰਨਾ। ਨਾਨਕ ਸਿੰਝ ਅਵੇਹਾ ਵਾਰ ਬਹੁੜ ਨਾ ਹੋਈ ਜਨਮੜਾ। ਇਸੇ ਵਰੀ ਚ ਕਹਿੰਦੇ ਹਨ ਮਣਾ ਸਿੱਖੀ ਧਾਰਨ ਕਰਕੇ ਐਸਾ ਵਿਰਾਗ ਦਾ ਭੇਖ ਪ੍ਰੇਮ ਦਾ ਭੇਖ ਧਾਰਨ ਕਰਨਾ ਹੈ ਬੋਲਾ ਫਿਰ ਸਾਨੂੰ ਜਨਮ ਲੈ ਕੇ ਨਾ ਆਉਣਾ ਪਵੇ। ਇਸੇ ਤਰ੍ਹਾਂ ਹੀ ਇਹ ਵਿਖਿਆ ਸਗਲੀ ਤਜੀ। ਇਹ ਮਾਇਆ ਸਾਧ ਸੰਗਤ ਜੀ ਜਿੰਦੀ ਬਾਬਤ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਬੰਦਾ ਸੰਸਾਰ ਵਿੱਚ ਆਉਂਦਾ ਹੈ ਇਹਦੀ ਲਿਵ ਛੁੱਟ ਜਾਂਦੀ ਹੈ। ਕਿਸ ਤਰ੍ਹਾਂ ਮਾਇਆ ਵਿੱਚ ਇਹ ਲੱਗ ਜਾਂਦਾ ਹੈ। ਇਹ ਮਾਇਆ ਜਿਤ ਹਰ ਵਿਸਰੈ। ਜਿਹੜੀ ਮਾਇਆ ਦੇ ਨਾਲ ਹਰੀ ਵਿਸਰ ਜਾਂਦਾ ਹੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਫਿਰ ਆਪਣਾ ਮੋਹ ਦਿੰਦੀ ਹੈ। ਕੀ ਮੋਹ ਦਿੰਦੀ ਹੈ ਮਣਾ ਪੁੱਤਰ ਕੈਨੇਡਾ ਬੈਠਾ ਹੈ ਮੈਂ ਵੀ ਭੱਜ ਕੇ ਪਿੱਛੇ ਚਲੇ ਜਾਵਾਂ ਉਹਦੇ ਕੋਲ ਜਾ ਕੇ ਮੈਂ ਵੀ ਪੱਕਾ ਹੋ ਜਾਵਾਂ। ਪੱਕਾ ਤਾਂ ਸਾਧ ਸੰਗਤ ਜੀ ਸੰਸਾਰ ਵਿੱਚ ਕੋਈ ਨਹੀਂ ਹੋਇਆ। ਜਿੱਦਾਂ ਬੱਚੇ ਨੂੰ ਟੌਫੀ ਦੇ ਕੇ ਭਰਮਾ ਲਈਦਾ ਹੈ ਮਾਇਆ ਜੀਵ ਨੂੰ ਭਰਮਾਉਂਦੀ ਹੈ। ਬਜ਼ੁਰਗ ਹੋ ਜਾਂਦੇ ਹਨ ਫਿਰ ਵੀ ਨਾਮ ਜਪਣ ਵੱਲ ਬਿਰਤੀ ਨਹੀਂ ਜਾਂਦੀ। ਐਸਾ ਮੋਹ ਦੀ ਇਹ ਮਾਇਆ ਦਾ ਮਹਾਰਾਜ ਜੀ ਕਹਿੰਦੇ ਹਨ ਜਾਲ ਹੈ। ਕਹਿੰਦਾ ਹੈ ਹਜੇ ਵੀ ਬੇਰਬੂਰ ਤੋੜ ਕੇ ਹੀ ਪੈਸੇ ਕਮਾ ਲਵਾਂ ਕਿਸੇ ਤਰੀਕੇ ਨਾਲ ਕਮਾ ਲਵਾਂ ਪਰ ਜਿਹੜਾ ਨਾਮ ਵੱਲ ਬਿਰਤੀ ਲੱਗਣ ਹੀ ਨਹੀਂ ਦਿੰਦੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ। ਗੁਰੂ ਜੀਆਂ ਦੀ ਪ੍ਰਸਾਦ ਕਿਰਪਾ ਜਿੰਦੇ ਤੇ ਹੁੰਦੀ ਹੈ ਫਿਰ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਤਿਨ ਵਿੱਚੈ ਮਾਇਆ ਪਾਇਆ। ਉਹ ਇਹ ਕੰਮ ਵੀ ਕਰਦੇ ਹਨ ਗੁਰਸਿੱਖ ਇਹ ਨਹੀਂ ਕੰਮ ਨਹੀਂ ਕਰਦੇ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀਆਂ ਦਾ ਸੰਵਾਦ ਆਉਂਦਾ ਹੈ। ਭਗਤ ਤਰਲੋਚਨ ਜੀ ਕਹਿੰਦੇ ਹਨ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ ਕਾਹੇ ਛੀਪੋ ਛਾਇਲੇ ਰਾਮ ਨਾ ਲਾਭੋ ਚੀਤ। ਕਹਿੰਦੇ ਹਨ ਨਾਮਦੇਵ ਤੈਨੂੰ ਤਾਂ ਮਾਇਆ ਨੇ ਭਰਮਾ ਲਿਆ ਹੈ। ਦੇਖ ਤੂੰ ਤਾਂ ਚਾਦਰਾਂ ਤੇ ਬੂਟੀਆਂ ਪਾਉਣ ਵਿੱਚ ਮਸਤ ਰਹਿਣਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੈਨੂੰ ਚੇਤਾ ਹੀ ਨਹੀਂ ਹੈ। ਭਗਤ ਨਾਮਦੇਵ ਜੀ ਅੱਗੋਂ ਫਰਮਾਉਂਦੇ ਹਨ ਕਿ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਭਗਤ ਨਾਮਦੇਵ ਜੀ ਕਹਿੰਦੇ ਹਨ ਮੈਂ ਕਿਹੜਾ ਮੂੰਹ ਨਾਲ ਬੂਟੀਆਂ ਪਾਉਣਾ ਹਾਂ ਮੈਂ ਤਾਂ ਹੱਥਾਂ ਨਾਲ ਬੂਟੀਆਂ ਪਾਉਣਾ ਹਾਂ ਤੇ ਮੂੰਹ ਦੇ ਵਿੱਚ ਮੇਰੇ ਭਗਤ ਤਰਲੋਚਨ ਜੀ ਵਾਹਿਗੁਰੂ ਦਾ ਨਾਮ ਹੈ। ਐਸੀ ਜੁਗਤ ਮਹਾਰਾਜ ਜੀ ਦੇ ਦਿੰਦੇ ਹਨ ਜਿਹੇ ਵਿਖਿਆ ਸਗਲੀ ਤਜੀ। ਇਹ ਜ਼ਹਿਰ ਰੂਪੀ ਮਾਇਆ ਗੁਰਮੁਖਾਂ ਨੇ ਤਿਆਗ ਦਿੱਤੀ ਹੈ। ਮਾਇਆ ਦੇ ਵਿੱਚ ਹੀ ਰਹਿੰਦੇ ਹਨ ਪਰ ਮਾਇਆ ਵਿੱਚ ਹੀ ਉਦਾਸ ਰਹਿੰਦੇ ਹਨ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਇਹ ਉਹ ਕੌਣ ਪੁਰਸ਼ ਹਨ ਜਿਨ੍ਹਾਂ ਨੂੰ ਪਤਾ ਲੱਗ ਗਿਆ ਹੈ। ਇਹ ਤਾਂ ਮੈਨੂੰ ਵੀ ਪਤਾ ਹੈ ਮਹਾਰਾਜ ਜੀ ਮਾਇਆ ਨਾਲ ਨਹੀਂ ਜੇ ਜਾਣੀ ਪਰ ਫਿਰ ਵੀ ਮਨ ਸਮਝਣਾ ਨਹੀਂ ਚਾਹੁੰਦਾ। ਉਹ ਕਿਹੜਾ ਪੁਰਸ਼ ਹੈ ਜਿਨੇ ਇਹ ਸਮਝ ਕੇ ਫਿਰ ਵੀ ਮਾਇਆ ਤਿਆਗ ਦਿੱਤੀ ਹੈ। ਗਿਆਨੀ ਤਾਹੇ ਬਖਾਨ। ਮਹਾਰਾਜ ਜੀ ਫਰਮਾਉਂਦੇ ਹਨ ਵਾਹਿਗੁਰੂ ਜੀ ਧਿਆਨ ਨਾਲ ਹਾਂਜੀ ਕਹੋ ਨਾਨਕ ਤੇ ਨਰ ਮਾਥੈ ਭਾਗ। ਮਹਾਰਾਜ ਜੀ ਕਹਿੰਦੇ ਹਨ ਉਹਦੇ ਮੱਥੇ ਦੇ ਸ੍ਰੇਸ਼ਟ ਭਾਗ ਜਾਗੇ ਹਨ ਜਿੰਦੇ ਕੌਣ ਹਨ ਜਿਹੇ ਸਤਿਗੁਰ ਸੋ ਪ੍ਰਸੰਨ ਸ਼ਬਦ ਲਗ ਭਵਜਲ ਤਾਰੇ। ਮਹਾਰਾਜ ਜੀਆਂ ਤੋਂ ਆ ਕੇ ਨਾਮ ਦੀ ਦਾਤ ਮੰਗੀ ਹੈ।
ਹਜੂਰ ਵੀ ਖੁਸ਼ ਹੋਏ ਹਨ ਤੇ ਨਾਮ ਦੀ ਦਾਤ ਝੋਲੀ ਵਿੱਚ ਪਾਈ ਹੈ ਤੇ ਸ੍ਰੇਸ਼ਟ ਮੱਥੇ ਦੇ ਭਾਗ ਜਾਗੇ ਹਨ। ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਹਜੂਰ ਕਹਿੰਦੇ ਹਨ ਫਿਰ ਉਹਨਾਂ ਦਾ ਖਾਣਾ ਪੀਣਾ ਕਮਾਈ ਕਰਨੀ ਸਭ ਪਵਿੱਤਰ ਹੋ ਜਾਂਦਾ ਹੈ। ਇੱਥੇ ਸਰੀ ਵਿੱਚ ਵੀ ਸਾਧ ਸੰਗਤ ਜੀ ਐਸੇ ਗੁਰਮੁਖ ਹਨ, ਉਹਨਾਂ ਦੇ ਕੰਮ ਤੇ ਜਾਈਏ ਗੁਰਬਾਣੀ ਲਾਈ ਰੱਖਦੇ ਹਨ ਤੇ ਕੰਮ ਵਾਲੇ ਵੀ ਆਉਂਦੇ ਹਨ। ਇਹਨਾਂ ਨੇ ਤਾਂ ਇੱਥੇ ਗੁਰਦੁਆਰਾ ਹੀ ਬਣਾ ਦਿੱਤਾ ਹੈ। ਪਹਿਲਾਂ ਗਾਣੇ ਚੱਲਦੇ ਸੀ, ਹੁਣ ਬਾਣੀ ਚੱਲਦੀ ਹੈ। ਐਸਾ ਉਹਨਾਂ ਦੀ ਮਾਇਆ ਕਮਾਉਣੀ ਵੀ ਹਜੂਰ ਕਹਿੰਦੇ ਹਨ ਪਵਿੱਤ ਹੈ। ਹਾਂਜੀ, ਇਸੇ ਤਰ੍ਹਾਂ ਹੀ ਮਾਇਆ ਮਮਤਾਤ ਜੀ ਮਹਾਰਾਜ ਜੀ ਫਰਮਾਉਂਦੇ ਹਨ, ਜਿਹੇ ਵਿਖਿਆ ਸਗਲੀ ਤਜੀ, ਜਿਨੇ ਇਹ ਜ਼ਹਿਰ ਰੂਪੀ ਮਾਇਆ ਜਾਣ ਕੇ ਤਿਆਗ ਦਿੱਤੀ ਹੈ। ਹਾਂਜੀ, ਲਿਓ ਭੇਖ ਬੈਰਾਗ ਤੇ ਵਿਰਾਗ ਦਾ ਭੇਖ ਧਾਰਨ ਕਰ ਲਿਆ ਹੈ। ਮਨ ਦੇ ਵਿੱਚ ਐਸੇ ਹਜੂਰ ਦੇ ਸ਼ਬਦ ਸੁਣ ਕੇ ਵਿਰਾਗ ਉਤਪੰਨ ਹੋਇਆ ਹੈ। ਮਨਾ ਸੰਸਾਰ ਨਾਸ਼ਵੰਤ ਹੈ, ਵਿਖਿਆ ਵਿਖ ਜਿਉ ਵਿਸਾਰ। ਇਹ ਮਾਇਆ ਨੂੰ ਜ਼ਹਿਰ ਰੂਪੀ ਜਾਣ ਕੇ ਜਿਨ੍ਹਾਂ ਨੇ ਵਿਸਾਰ ਦਿੱਤਾ ਹੈ, ਪ੍ਰਭ ਕੋ ਜਸ ਹੀਏ ਧਾਰ, ਤੇ ਹਿਰਦੇ ਦੇ ਵਿੱਚ ਮਹਾਰਾਜ ਜੀਆਂ ਦਾ ਜਸ ਧਾਰਨ ਕਰ ਲਿਆ ਹੈ। ਨਾਨਕ ਜਨ ਕਹਿ ਪੁਕਾਰ, ਹਜੂਰ ਇਹ ਕਰਨਾ ਕਿਉਂ ਜ਼ਰੂਰੀ ਹੈ। ਹਜੂਰ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਪੁਕਾਰ ਕੇ ਕਹਿ ਰਹੇ ਹਨ, ਅਵਸਰ ਬਿਹਾਤ ਹੈ, ਦੇਖ ਤੇਰਾ ਅਵਸਰ ਏ ਜਨਮ ਲੰਘਦਾ ਜਾ ਰਿਹਾ ਹੈ। ਕੀ ਸੋਚਦਾ ਹੈ ਵੱਡਾ ਹੋ ਰਿਹਾ ਹੈ? ਨਹੀਂ, ਛੋਟਾ ਹੋ ਰਿਹਾ ਹੈ ਦਿਨੋਂ ਦਿਨ। ਹਜੂਰ ਕਹਿੰਦੇ ਹਨ ਐਸਾ ਸੁਣ ਕੇ ਜਿਨ੍ਹਾਂ ਨੇ ਮਾਇਆ ਤਿਆਗ ਦਿੱਤੀ ਹੈ ਤੇ ਮਨ ਦੇ ਵਿੱਚ ਵਿਰਾਗ ਹੀ ਵਿਰਾਗ ਉਤਪੰਨ ਹੋ ਗਿਆ ਹੈ। ਓ ਨਾਨਕ ਸੁਨ ਰੇ ਮਨਾ, ਤੇ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਇਹ ਮੱਥੇ ਦੇ ਭਾਗ ਨਹੀਂ ਜਾਗੇ ਮਾਇਆ ਕਤਰ ਕਰ ਲਈ। ਸੱਜਣ ਠੱਗ ਦਾ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸੱਜਣ ਠੱਗ ਦੇਖਣ ਨੂੰ ਤਾਂ ਬਾਹਰੋਂ ਉਹਨੇ ਵੀ ਭੇਖ ਸੰਤਾਂ ਵਾਲਾ ਧਾਰਨ ਕੀਤਾ ਸੀ, ਪਰ ਜਿਸ ਤਰ੍ਹਾਂ ਲੋਕਾਂ ਨੂੰ ਠੱਗਦਾ ਸੀ, ਕਹੋ ਨਾਨਕ ਸੁਨ ਰੇ ਮਣਾ। ਹਜੂਰ ਨੇ ਆਪਣਾ ਮਨ ਦੀ ਨਿਆਈ ਜਾਣ ਕੇ, ਸੇਵਕ ਜਾਣ ਕੇ ਜਦੋਂ ਸ਼ਰਨ ਵਿੱਚ ਪੈ ਗਿਆ, ਉਪਦੇਸ਼ ਦਿੱਤਾ ਹੈ ਹਜੂਰ ਨੇ, ਉਜਲ ਕਹਿਆ ਚਿਲਕਣਾ, ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵੈ ਤਿਸ। ਹਜੂਰ ਕਹਿੰਦੇ ਹਨ ਜੋ ਕਹਿਆ ਦਾ ਬਰਤਨ ਹੁੰਦਾ ਹੈ, ਉਹਨੂੰ 100 ਵਾਰੀ ਧੋਤਾ ਜਾਵੇ, ਉਹਦੇ ਚੋਂ ਕਾਲਖ ਰਹਿੰਦੀ ਲਈ ਜਾਂਦੀ ਹੈ। ਫਿਰ ਹਜੂਰ ਨੇ ਆਖਿਆ ਸੀ, ਸੱਜਣ ਇਹੋ ਨਾ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ। ਹਜੂਰ ਕਹਿੰਦੇ ਹਨ ਸੱਜਣ ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾਂਦਾ ਜੋ ਘਰ ਆਇਆ ਨੂੰ ਠੱਗ ਲੈਂਦੇ ਹਨ, ਕਿਉਂਕਿ ਸੰਸਾਰ ਦੀ ਹਾਲਤ ਐਸੀ ਹੈ। ਮਹਾਰਾਜ ਜੀਆਂ ਨੇ ਜੰਗਲ ਦੀ ਨਿਆਈ ਸੰਸਾਰ ਨੂੰ ਦੱਸਿਆ ਹੈ, ਰਿਸ਼ਤੇਦਾਰਾਂ ਨੂੰ ਗਧਾ ਭੇੜੀਆ ਇਤਿਆਦਿਕ ਦੱਸਿਆ ਹੈ, ਕਿਉਂਕਿ ਜਿਹੜੇ ਸਿਰਫ ਆਪਣੇ ਮਤਲਬ ਦੇ ਖਾਤਰ ਹੀ ਵਰਤਦੇ ਹਨ। ਹਜੂਰ ਨੇ ਆਖਿਆ ਹੈ, ਜਿਸ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਕਿਉਂਕਿ ਜਿੱਦਣ ਉਹਨਾਂ ਨੂੰ ਕੋਈ ਮਤਲਬ ਨਹੀਂ ਰਹਿੰਦਾ, ਤੇਰੇ ਲਾਗੇ ਕਿਸੇ ਨੇ ਨਹੀਂ ਆਉਣਾ। ਹਜੂਰ ਨੇ ਕਿਹਾ ਸੀ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ। ਸੱਜਣ ਹੋ ਕੇ ਜਾਂਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਹੜੇ ਨਾਲ ਦਰਗਾਹ ਤਿਕਰ ਜਾਣਗੇ। ਹਜੂਰ ਕਹਿੰਦੇ ਹਨ ਜਿੱਥੇ ਲੇਖਾ ਮੰਗੀਐ ਤਿੱਥੇ ਮਹਾਰਾਜ ਜੀ ਕਹਿੰਦੇ ਹਨ ਖੜੇ ਦਿਸਨ। ਉਥੇ ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਖੜੇ ਜਾਣਗੇ, ਜੋ ਅਸਲੀ ਸੱਜਣ ਹਨ। ਕਹੋ ਨਾਨਕ ਸੁਨ ਰੇ ਮਣਾ। ਹਜੂਰ ਕਹਿੰਦੇ ਹਨ ਉਹ ਸੱਜਣ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ। ਮਣਾ ਇਹ ਜਾਣਨਾ ਕਰ ਤੇ ਸੰਸਾਰੀ ਵਿਖਿਆ ਰੂਪੀ ਪ੍ਰੀਤਾਂ ਨੂੰ ਛੱਡ ਕੇ ਵਿਰਾਗ ਦਾ ਭੇਖ ਧਾਰਨ ਕਰ ਲਾ। ਕਹੋ ਨਾਨਕ ਸੁਨ ਰੇ ਮਨਾ, ਮਣਾ ਸੁਨਣਾ ਕਰ। ਇਹ ਨਰ ਮਾਥੈ ਭਾਗ, ਜਿਨੇ ਇਹ ਜਾਣ ਲਿਆ ਹੈ ਕਿ ਹਜੂਰ ਹੀ ਅਸਲੀ ਮਿੱਤਰ ਹਨ, ਮਾਨੋ ਕਿ ਮੱਥੇ ਦੇ ਵੱਡੇ ਭਾਗ ਹੀ ਜਾਗ ਪਏ ਹਨ ਉਹਨਾਂ ਦੇ। ਕਿਉਂਕਿ ਸਭ ਕਹਿੰਦੇ ਹਨ ਮੇਰਾ ਵੈਦ ਗੁਰੂ ਗੋਬਿੰਦਾ, ਪਰ ਜੇ ਭਰੋਸਾ ਹੋਵੇ ਫਿਰ ਹਜੂਰ ਕਾਟੈ ਜੰਮ ਕੀ ਫੰਦਾ। ਦੁਨਿਆਵੀ ਦੁੱਖ ਕੀ ਹਨ, ਸੰਸਾਰ ਦੀ ਫਾਈ ਸਤਿਗੁਰ ਜੀ ਕੱਟਣ ਦੇ ਸਮਰੱਥ ਹਨ। ਐਸੇ ਵੈਦ ਹਨ ਹਜੂਰ, ਜਨਮਾਂ ਮਰਨਾਂ ਦੀ ਪੀੜਾ ਕੱਢ ਦਿੰਦੇ ਹਨ। ਫੇਰੇ ਮਹਾਰਾਜ ਜੀ ਕਹਿੰਦੇ ਹਨ ਵਿਖਿਆ ਜੋ ਜ਼ਹਿਰ ਰੂਪੀ ਮਾਇਆ ਹੈ,
ਗੁਰਸਿੱਖ ਉਹ ਵੀ ਤਿਆਗ ਦਿੰਦੇ ਹਨ। ਜਹ ਮਾਇਆ ਮਮਤਾਤ ਜੀ। ਫਿਰ ਹਜੂਰ ਨੇ ਕਿਹਾ ਹੈ ਜਿਹੇ ਮਾਇਆ, ਹਾਂਜੀ ਇਸੇ ਤਰ੍ਹਾਂ ਹੀ ਮਮਤਾਤ ਜੀ। ਮਾਇਆ ਦੀ ਮਮਤਾ ਤਜ ਦਿੱਤੀ ਹੈ, ਕਿਉਂਕਿ ਆਪਾਂ ਮਾਇਆ ਦੀ ਮਿਹਰ ਕਰਦੇ ਹਾਂ, ਮਾਇਆ ਨਾਲ ਬੜਾ ਪ੍ਰੇਮ ਕਰਦੇ ਹਾਂ। ਸਭ ਤੇ ਭਇਓ ਉਦਾਸ। ਮਨ ਉਦਾਸ ਹੋ ਗਿਆ ਹੈ ਮਨਾ, ਦੇਖ ਕਿਸੇ ਚੀਜ਼ ਨੇ ਵੀ ਨਾਲ ਨਹੀਂ ਜਾਣਾ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਕਹਿੰਦੇ ਹਨ ਮੇਰਿਆ ਮਨਾ ਸੁਨਾ ਕਰ। ਤਹਿ ਘਟ ਬ੍ਰਹਮ ਨਿਵਾਸ। ਉਸ ਦੇ ਹਿਰਦੇ ਵਿੱਚ ਮਾਨੋ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੋ ਗਿਆ ਹੈ। ਗੱਲਾਂ ਨਾਲ ਤਾਂ ਸਾਰੀ ਕਹਿੰਦੇ ਨੇ ਬੜਾ ਗੁਰਮੁਖ ਹਾਂ, ਮੇਰੇ ਹਿਰਦੇ ਵਿੱਚ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਸੇ ਹਨ। ਹਜੂਰ ਆਖਦੇ ਹਨ ਜਿੱਥੇ ਮਾਇਆ ਵਸਦੀ ਹੈ ਉਥੇ ਹਜੂਰ ਨਹੀਂ ਵਸਦੇ। ਹਜੂਰ ਕਹਿੰਦੇ ਹਨ ਜਿਹੇ ਮਾਇਆ ਮਮਤਾ ਤਜੀ, ਮਾਇਆ ਕੋਲ ਰੱਖੀ ਹੈ ਜੀਵਨ ਦੇ ਨਿਰਵਾਹ ਮਾਤਰ, ਮਾਇਆ ਦੀ ਪ੍ਰੀਤ ਜਿਨ੍ਹਾਂ ਨੇ ਛੱਡ ਦਿੱਤੀ ਹੈ। ਮਾਇਆ ਮਮਤਾ ਤਜੀ। ਅਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ ਮੋਤੀ ਤਾਂ ਮੰਦਰ ਉਸਰੈ ਹੈ, ਰਤਨੀ ਤਾਂ ਹੋਏ ਜੜਾਓ। ਮਹਾਰਾਜ ਜੀ ਚਾਹੇ ਮੋਤੀਆਂ ਦੇ ਮੰਦਰ ਉਸਰ ਜਾਣ, ਉਹਨਾਂ ਦੇ ਉੱਤੇ ਹਜੂਰ ਮੋਤੀ ਵੀ ਲੱਗ ਜਾਣ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਉਹਨਾਂ ਮੰਦਰਾਂ ਦੇ ਵਿੱਚ ਫਿਰ ਮਹਾਰਾਜ ਜੀ ਚਾਹੇ ਚੰਦਨ ਹੀ ਲੱਗਾ ਹੋਵੇ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਮਹਾਰਾਜ ਜੀ ਮੈਂ ਕਿਤੇ ਮਤਾ ਕੀਤਾ ਇਹਨਾਂ ਦੇ ਵਿੱਚ ਭੁੱਲ ਕੇ ਆਪ ਜੀਆਂ ਦੇ ਨਾਮ ਨੂੰ ਵਿਸਾਰ ਦਵਾਂ, ਐਸਾ ਉਹ ਪ੍ਰੇਮ ਕਰਦੇ ਹਨ ਗੁਰਸਿੱਖ। ਸਿੱਖਾਂ ਦੀ ਪ੍ਰੀਤ ਹਜੂਰ ਦੱਸਦੇ ਹਨ ਜਿਹੇ ਮਾਇਆ ਮਮਤਾ ਤਜੀ, ਗੁਰਸਿੱਖਾਂ ਨੇ ਮਾਇਆ ਦੀ ਮਮਤਾ ਤਜ ਦਿੱਤੀ ਹੈ। ਸਭ ਤੇ ਭਇਓ ਉਦਾਸ। ਸਭ ਤੋਂ ਉਦਾਸ ਹੋ ਗਏ ਹਨ, ਕਿਉਂਕਿ ਬੜ ਭਾਗੀ ਉਨ ਮਾਨਿਓ ਰਿੱਧ ਸ਼ਬਦ ਵਸਾਇਓ। ਹਜੂਰ ਕਹਿੰਦੇ ਹਨ ਮਨ ਮਾਨਕ ਸੰਤੋਖਿਓ, ਗੁਰ ਨਾਮ ਦ੍ਰਿੜਾਇਓ। ਵੱਡੇ ਭਾਗ ਜਾਗੇ ਹਨ। ਮਹਾਰਾਜ ਜੀ ਕਹਿੰਦੇ ਹਨ ਗੁਰੂ ਜੀਆਂ ਨੇ ਸ਼ਬਦ ਦ੍ਰਿੜਾਇਆ ਹੈ ਜਦੋਂ, ਤੇ ਮਨ ਜੋ ਮਾਨਕ ਦੀ ਨਿਆਈ ਸੰਤੋਖਿਆ ਗਿਆ ਹੈ। ਹਜੂਰ ਕਹਿੰਦੇ ਹਨ ਵੱਡੇ ਭਾਗ ਉਹਨਾਂ ਦੇ ਜਾਗੇ ਹਨ। ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਦੱਸਦੇ ਹਨ ਕਿ ਹੁਣ ਕਿੰਦੇ ਘਟ ਵਿੱਚ ਬ੍ਰਹਮ ਦਾ ਨਿਵਾਸ ਹੋ ਗਿਆ ਹੈ ਹਿਰਦੇ ਦੇ ਵਿੱਚ। ਹੇ ਮਨਾ ਸੁਨਾ ਕਰ। ਤਹਿ ਘਟ ਬ੍ਰਹਮ ਨਿਵਾਸ। ਉਸ ਦੇ ਮਨ ਵਿੱਚ ਮਾਨੋ ਕਿ ਆਪ ਹਜੂਰ ਵਸੇ ਹਨ। ਇਹ ਸਾਧ ਸੰਗਤ ਜੀ 3 ਸ਼ਲੋਕਾਂ ਦੀ ਆਪ ਜੀਆਂ ਨੇ ਕਥਾ ਸ਼ਰਵਣ ਕੀਤੀ ਹੈ। ਜਿਸ ਤਰ੍ਹਾਂ ਅੱਗੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਣਗੇ, ਜਿਸ ਤਰ੍ਹਾਂ ਅੱਗੇ ਹਜੂਰ ਦੱਸਦੇ ਹਨ ਮਹਾਰਾਜ ਜੀ ਕਿ ਜਿਹੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਅੱਗੇ ਹਜੂਰ ਫਰਮਾਉਂਦੇ ਹਨ ਜਿਹੇ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਣ। ਫਿਰ ਅੱਗੇ ਹਜੂਰ ਦੱਸਣਗੇ ਕਿ ਉਹਨਾਂ ਨੇ ਫਿਰ ਮਾਇਆ ਕਿਵੇਂ ਛੱਡ ਦਿੱਤੀ ਹੈ, ਕਿਉਂਕਿ ਉਹਨਾਂ ਨੇ ਹਉਮੈ ਹੀ ਛੱਡ ਦਿੱਤੀ ਹੈ। ਕਰਤਾ ਕਾਲ ਪੁਰਖ ਵਾਹਿਗੁਰੂ ਨੂੰ ਪਛਾਣਿਆ ਹੈ ਮਣਾ, ਸਭ ਕਰਨ ਕਾਰਨ ਪ੍ਰਭ ਏਕ ਹੈ, ਕਿ ਕਰਨ ਕਾਰਨ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਹੈ। ਹਜੂਰ ਕਿਰਪਾ ਕਰਨ ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀਆਂ ਦਾ ਜਸ ਗਾਉਂਦੇ ਇੱਕ ਨਹੀਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ, ਬਖਸ਼ ਦੇਣਾ ਅਰਦਾਸ ਕਰਨੀ। ਮਹਾਰਾਜ ਜੀ ਬਲ ਬੁੱਧ ਤੇ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੈ ਮਾਇਆ ਮਮਤਾਤ ਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਹਿ ਘਟ ਬ੍ਰਹਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਵੀਰ ਸਿੰਘ ਜੀ, ਜੋ ਕਿ ਆਪ ਸੰਗਤ ਜੀ ਨੂੰ ਸਾਹਿਬ ਸ੍ਰੀ ਗੁਰੂ